ਹਾਜ਼ਰੀਨ ਮੁਅੱਜ਼ਜ਼, ਪੰਜਾਬੀ ਧੁਨੀ ਵਿਉਂਤ ਤੇ ਧੁਨੀ ਦੇ ਸੰਦਰਭ ਦੇ ਵਿੱਚ ਅੱਜ ਸਾਡਾ ਜਿਹੜਾ ਹੈਗਾ ਉਹ ਦੂਜਾ ਵਿਖਿਆਨ ਹੈ। ਤੋ ਸਰਵਪ੍ਰਥਮ ਅਸੀਂ ਜਿਹੜਾ ਸੀਗਾ ਉਹ ਗੱਲ ਕੀਤੀ ਸੀਗੀ ਕਿ ਧੁਨੀ ਕੀ ਹੈਗੀ ਆ। ਧੁਨੀ ਦੀ ਅਸੀਂ ਪਰਿਭਾਸ਼ਾ ਦਿੱਤੀ ਹੈ, ਧੁਨੀ ਬਾਰੇ ਪੜ੍ਹਿਆ ਵਿਚਾਰਿਆ ਹੈ, ਔਰ ਕੁੱਲ ਮਿਲਾ ਕੇ ਅਸੀਂ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਸੀਗਾ। ਉਹ ਸੀ ਖੰਡੀ ਤੇ ਅਖੰਡੀ। ਖੰਡੀ ਤੇ ਅਖੰਡੀ ਦੇ ਵਿੱਚ ਇਹਨਾਂ ਨੂੰ ਵੰਡ ਕੇ ਅਸੀਂ ਜਿਹੜਾ ਹੈਗਾ ਉਹ ਸਵਰ ਤੇ ਵਿਅੰਜਨ ਵੇਖੇ ਸੀਗੇ, ਔਰ ਅਖੰਡੀ ਦੇ ਅਸੀਂ ਜਿਹੜਾ ਅੰਤਰਗਤ ਸੀਗਾ ਉਹ ਸੁਰ, ਨਾਸਿਕਤਾ, ਬਲ ਤੇ ਸੰਗਮ, ਇਹਨਾਂ ਨੂੰ ਵਿਚਾਰਾਂਗੇ। ਤੋ ਕੁੱਲ ਮਿਲਾ ਕੇ ਹੁਣ ਤੱਕ ਅਸੀਂ ਜਿਹੜੀ ਪੜ੍ਹਾਈ ਕੀਤੀ ਹੈ, ਅਸੀਂ ਜਿਹੜਾ ਅਧਿਐਨ ਕੀਤਾ ਹੈਗਾ, ਆਪਣਾ ਅਸੀਂ ਸਟੱਡੀ ਕੀਤੀ ਹੈ, ਉਹਦੇ ਵਿੱਚ ਅਸੀਂ ਜਿਹੜੇ ਸਵਰ ਤੇ ਵਿਅੰਜਨਾਂ ਨੂੰ ਪੜ੍ਹ ਚੁੱਕੇ ਹਾਂ। ਇਹ ਪੰਜਾਬੀ ਦੇ ਖੰਡੀ ਧੁਨੀ ਗ੍ਰਾਮ ਨੇ। ਪੰਜਾਬੀ ਭਾਸ਼ਾ ਦੇ ਵਿੱਚ ਮੂਲ ਰੂਪ ਦੇ ਵਿੱਚ 10 ਸਵਰ ਨੇ ਔਰ 29 ਵਿਅੰਜਨ ਨੇ, 2 ਅਰਧ ਸਵਰ ਨੇ, 3 ਮੂਲ ਸਵਰ ਵਾਹਕ ਨੇ ਜਿਹੜੇ ਊੜਾ, ਆੜਾ ਤੇ ਈੜੀ ਨੇ। ਇਹ 3 ਸਵਰ ਵਾਹਕ ਨੇ, ਇਹਨਾਂ ਨੂੰ ਸਵਰ ਵਾਹਕ ਮੰਨਿਆ ਜਾਂਦਾ। ਤੋ ਇਹਦੇ ਸੰਦਰਭ ਦੇ ਵਿੱਚ ਅਸੀਂ ਲੰਮੀ ਚੌੜੀ ਜਿਹੜਾ ਸੀਗਾ ਵਿਖਿਆਨ ਪਿਛਲੇ ਆਪਣੇ ਲੈਕਚਰ ਦੇ ਵਿੱਚ ਦੇ ਚੁੱਕੇ ਹੈਗੇ ਆ। ਤੋ ਉਸ ਤੋਂ ਬਾਅਦ ਦੇ ਵਿੱਚ ਅੱਜ ਸਾਡਾ ਜਿਹੜਾ ਹੈਗਾ ਉਹ ਜੋ ਅਸੀਂ ਅੱਜ ਸਟੱਡੀ ਕਰਨੀ ਹੈਗੀ ਆ, ਉਹ ਅੱਜ ਅਸੀਂ ਸਟੱਡੀ ਕਰਾਂਗੇ ਅਖੰਡੀ ਧੁਨੀ ਗ੍ਰਾਮਾਂ ਦੀ। ਅਖੰਡੀ ਧੁਨੀ ਗ੍ਰਾਮਾਂ ਦੀ ਪੰਜਾਬੀ ਵਿੱਚ ਜਿਹੜੇ ਅਖੰਡੀ ਧੁਨੀ ਗ੍ਰਾਮ ਨੇ ਉਹ ਹੈਗੇ ਨੇ ਸੁਰ, ਨਾਸਿਕਤਾ, ਬਲ ਤੇ ਸੰਗਮ। ਇਹ ਪੰਜਾਬੀ ਦੇ ਅਖੰਡੀ ਧੁਨੀ ਗ੍ਰਾਮ ਹੈਗੇ ਨੇ। ਇਹਨਾਂ ਦੀ ਕੱਲਿਆਂ ਦੀ ਆਪਣੀ ਕੋਈ ਸੋਸ਼ਲ ਰੈਲੀਵੈਂਸੀ ਨਹੀਂ ਹੈ। ਇਹਨਾਂ ਨੂੰ ਇਕੱਲੇ ਤੌਰ ਦੇ ਉੱਪਰ ਅਸੀਂ ਇਹਨਾਂ ਨੂੰ ਵਰਤੋਂ ਨਹੀਂ ਕਰ ਸਕਦੇ। ਇਹਨਾਂ ਦੀ ਵਰਤੋਂ ਵਿਉਂਤ ਜਿਹੜੀ ਹੈਗੀ ਆ ਉਹ ਸਵਰ ਤੇ ਵਿਅੰਜਨਾਂ ਦੇ ਨਾਲ ਹੀ ਹੈਗੀ ਆ। ਇਹਨਾਂ ਨੂੰ ਸਵਰ ਤੇ ਵਿਅੰਜਨਾਂ ਨਾਲ ਜੋੜ ਕੇ ਹੀ ਅਸੀਂ ਇਹਦੀ ਹਸਤੀ ਨੂੰ ਕਾਇਮ ਕਰ ਸਕਦੇ ਹੈਗੇ ਆ। ਸਰਵਪ੍ਰਥਮ ਜਿਹੜਾ ਅਸੀਂ ਗੱਲ ਕਰਾਂਗੇ ਉਹ ਗੱਲ ਕਰਾਂਗੇ ਅਸੀਂ ਸੁਰ ਦੀ। ਜਿਹੜਾ ਸੁਰ ਹੈਗਾ ਸੁਰ ਦਾ ਸੰਬੰਧ ਸਾਡੇ ਵੋਕਲ ਕਾਰਡਸ ਦੇ ਨਾਲ ਹੈ, ਸਾਡੀਆਂ ਨਾਦ ਤੰਤਰੀਆਂ ਦੇ ਨਾਲ ਹੈਗਾ, ਸਾਡੀ ਪਿੱਚ ਦੇ ਨਾਲ ਹੈ। ਫੇਫੜਿਆਂ ਵੱਲੋਂ ਆ ਰਹੀ ਜਦੋਂ ਪੌਣ ਧਾਰਾ ਨੂੰ ਉੱਚਾ ਕਰਕੇ, ਨੀਵਾਂ ਕਰਕੇ ਜਾਂ ਪੱਧਰਾ ਕਰਕੇ ਜਦੋਂ ਸਾਡੇ ਵੋਕਲ ਕਾਰਡਸ ਦੇ ਵਿੱਚ ਦੀ ਉਹਨੂੰ ਗੁਜ਼ਾਰਿਆ ਜਾਂਦਾ, ਲੰਘਾਇਆ ਜਾਂਦਾ ਹੈ, ਤਾਂ ਜਿਹੜੀ ਪਿੱਚ ਹੈਗੀ ਆ, ਜਿਹੜੀ ਤਾਨ ਹੈਗੀ ਆ, ਉਹ ਉੱਪਰ ਉੱਠਦੀ ਹੈ ਜਾਂ ਨੀਵੀਂ ਚਲੀ ਜਾਂਦੀ ਹੈ ਜਾਂ ਬਿਲਕੁਲ ਨੀਵੀਂ ਚਲੀ ਜਾਂਦੀ ਹੈ। ਤਾਂ ਉਸ ਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹ ਸੁਰ ਦਾ ਜਨਮ ਹੁੰਦਾ ਹੈਗਾ। ਤਾਂ ਪੰਜਾਬੀ ਦੇ ਵਿੱਚ 3 ਪ੍ਰਕਾਰ ਦੇ ਜਿਹੜੇ ਸੁਰ ਹੈਗੇ ਨੇ ਉਹ ਮਿਲਦੇ ਨੇ। ਇੱਕ ਤਾਂ ਹੈਗਾ ਜੀ ਉੱਚੀ ਸੁਰ, ਉੱਚੀ ਸੁਰ, ਉਦੋਂ ਥੱਲੇ ਮਝਲੀ ਸੁਰ, ਔਰ ਉਸ ਤੋਂ ਨੀਚੇ ਜਿਹੜੀ ਹੈਗੀ ਆ ਉਹ ਨੀਵੀਂ ਸੁਰ। ਤਿੰਨ ਪ੍ਰਕਾਰ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬੀ ਦੀ ਸੁਰ ਨੂੰ ਵੰਡਿਆ ਜਾਂਦਾ ਹੈ, 3 ਪ੍ਰਕਾਰ ਦੇ ਵਿੱਚ ਵੇਖਿਆ ਜਾਂਦਾ ਹੈ। ਤਾਂ ਸੁਰ ਦਾ ਜਿਹੜਾ ਸੰਬੰਧ ਹੈਗਾ ਵਾ ਉਹ ਸਾਡੀ ਪਿੱਚ ਦੇ ਨਾਲ ਹੈਗਾ। ਜਦੋਂ ਵੋਕਲ ਕਾਰਡਸ ਤੋਂ ਹਵਾ ਆ ਕੇ ਨਾਦ ਤੰਤਰੀਆਂ ਤੋਂ ਹਵਾ ਪਿੱਚ ਦੇ ਵਿੱਚ ਆਉਂਦੀ ਹੈਗੀ ਔਰ ਪਿੱਚ ਉੱਪਰ ਉੱਠਦੀ ਜਾਂ ਥੱਲੇ ਜਾਂਦੀ ਹੈ ਔਰ ਉਹਦਾ ਜਿਹੜਾ ਸੰਬੰਧ ਹੈਗਾ ਵਾ ਉਸ ਨਾਲ ਉਹ ਸੁਰ ਬਣਦੀ ਹੈ। ਜਿਵੇਂ ਨੀਵੀਂ ਸੁਰ,
ਦੀ ਉਦਾਹਰਨ ਦਈਏ तो सर्वप्रथम ਅਸੀਂ ਗੱਲ ਕਰਾਂਗੇ ਕਿ ਨੀਵੀਂ ਸੁਰ ਜਿਵੇਂ ਹੈਗੀ ਹੈ ਉਹ ਹੈ ਜਿਵੇਂ ਅਸੀਂ ਲਿਖਦੇ ਹਾਂ ਸ਼ਬਦ ਭਾ ਪਲੱਸ ਆ ਪਲੱਸ ਪਾ ਪਾਪਾ। तो ਇਹਦੇ ਵਿੱਚ ਜਿਹੜਾ ਹੈਗਾ ਵਾ ਇਹਦੇ ਇੱਕ ਮਿੰਟ ਇਹਦੇ ਵਿੱਚ ਨਹੀਂ ਹੈਗਾ ਪਲੱਸ ਪਾ ਪਲੱਸ ਆ ਸੌਰੀ ਪਾਪਾ। तो ਇਹ ਜਿਹੜਾ ਹੈਗਾ ਨੀਵੀਂ ਸੁਰ ਦੀ ਉਦਾਹਰਨ ਹੈਗੀ। ਇੱਥੇ ਸਾਡੀ ਤਾਨ ਜਿਹੜੀ ਹੈਗੀ ਹੈ ਨਾ ਉਹ ਨੀਵੀਂ ਹੀ ਰਹਿੰਦੀ ਹੈਗੀ ਹੈ। ਸਾਡੀ ਜਿਹੜੀ ਹੈਗੀ ਹੈ ਤਾਨ ਪਿੱਚ ਹੈ ਉਹ ਨੀਵੀਂ ਹੀ ਰਹਿੰਦੀ ਹੈਗੀ ਹੈ। ਜਦੋਂ ਅਸੀਂ ਪੱਧਰੀ ਸੁਰ ਦੀ ਗੱਲ ਕਰੀਏ ਤੇ ਫਿਰ ਅਸੀਂ ਲਿਖਾਂਗੇ ਇਹ ਜਿਹੜੀ ਪੱਧਰੀ ਸੁਰ ਹੈਗੀ ਹੈ ਜਾਂ ਮਝਲੀ ਸੁਰ ਹੈ, ਮਝਲੀ ਸੁਰ ਪਾ ਪਾ ਆ ਪਾਪਾ। तो ਇੱਥੇ ਸਾਡੀ ਜਿਹੜੀ ਸੁਰ ਹੈਗੀ ਆ ਉਹ ਨੀਵੀਂ ਚਲੀ ਗਈ ਹੈਗੀ ਹੈ। तो ਜਦੋਂ ਅਸੀਂ ਇਹ ਤੋਂ ਬਾਅਦ ਵਿੱਚ ਜਦੋਂ ਅਸੀਂ ਉੱਚੀ ਸੁਰ ਦੀ ਗੱਲ ਕਰਦੇ ਹੈਗੇ ਆ ਜਿਵੇਂ ਚਾ ਚਾ ਚ ਆ ਚਾਚਾ। तो ਇੱਥੇ ਜਿਹੜੀ ਸਾਡੀ ਸੁਰ ਹੈਗੀ ਆ ਉਹ ਉੱਪਰ ਚਲੀ ਗਈ। तो ਕੁੱਲ ਮਿਲਾ ਕੇ ਜਿਹੜਾ ਸੁਰ ਨੂੰ 3 ਪ੍ਰਕਾਰ ਦੇ ਵਿੱਚ ਵੰਡਿਆ ਜਾਂਦਾ ਹੈਗਾ। तो ਇੱਕ ਹੋਰ ਵੀ ਇਹਦੇ ਵਿੱਚ ਜਿਹੜਾ ਹੈਗਾ ਵਾ ਦੂਸਰੀ ਗੱਲ ਇਹ ਹੈਗੀ ਆ ਕਿ ਇੱਥੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਸਵਰ ਦਾ ਅੰਕਣ ਹੈਗਾ ਵਾ, ਸਵਰ ਨੂੰ ਅੰਕਿਤ ਕੀਤਾ ਜਾਂਦਾ ਹੈਗਾ, ਉਹ 2 ਢੰਗਾਂ ਨਾਲ ਕੀਤਾ ਜਾਂਦਾ ਹੈ। ਪ੍ਰਥਮ ਤਾਂ ਜਿਹੜਾ ਪੰਜਾਬੀ ਭਾਸ਼ਾ ਦੀ ਸੁਰ ਹੈ ਜਿਹੜੀ ਉਹ ਨਾਦੀ ਮਹਾਪ੍ਰਾਣ ਧੁਨੀਆਂ, ਨਾਦੀ ਮਹਾਪ੍ਰਾਣ ਨਾਦੀ ਮਹਾਪ੍ਰਾਣ ਧੁਨੀਆਂ, ਮਹਾਪ੍ਰਾਣ ਧੁਨੀਆਂ ਘੱਗਾ ਝੱਜਾ ਢੱਡਾ ਢੱਡਾ ਧੱਦਾ ਤੇ ਭੱਬਾ ਤੋਂ ਵਿਕਸਿਤ ਹੋਈ ਹੈਗੀ ਹੈ। ਅਕਸਰ ਜਦੋਂ ਪੰਜਾਬੀ ਦੇ ਵਿੱਚ ਮੁੱਢਲੇ ਤੌਰ ਦੇ ਉੱਪਰ ਇਹਨਾਂ ਵਿਅੰਜਨਾਂ ਦਾ ਉਚਾਰਨ ਕੀਤਾ ਜਾਂਦਾ ਹੈਗਾ, ਜਦੋਂ ਪੰਜਾਬੀ ਭਾਸ਼ਾ ਦੇ ਵਿੱਚ ਮੁੱਢਲੇ ਰੂਪ ਦੇ ਵਿੱਚ ਮੁੱਢ ਦੇ ਵਿੱਚ ਸ਼ਬਦ ਦੇ ਮੁੱਢ ਦੇ ਵਿੱਚ ਇਹਨਾਂ ਨੂੰ ਤੁਸੀਂ ਵਰਤਦੇ ਹੋ ਤੇ ਤੁਹਾਡੀ ਜਿਹੜੀ ਟੋਨ ਹੈਗੀ ਆ ਉਹ ਉੱਚੀ ਚਲੀ ਜਾਂਦੀ। ਉਦਾਹਰਨ ਵਜੋਂ ਜੇ ਘੱਗੇ ਦੀ ਗੱਲ ਕਰੀਏ ਜਿਵੇਂ ਘਰ ਘਰ, ਉਸ ਤੋਂ ਬਾਅਦ ਝੰਡਾ ਉੱਚੀ ਚਲੀ ਗਈ ਸੁਰ ਝੰਡਾ। ਨੈਕਸਟ ਢੋਲ ਢੋਲ, ਉਦੋਂ ਬਾਅਦ ਧੀ, ਉਦੋਂ ਬਾਅਦ ਭਾਬੀ। ਤੋਂ ਜਿਹੜਾ ਇਹ ਸਵਰ ਹੈਗੇ ਆ, ਜਿਹੜੇ ਇਹ ਵਿਅੰਜਨ ਹੈਗੇ ਨੇ, ਜਦੋਂ ਇਹਨਾਂ ਦੀ ਮੁੱਢ ਦੇ ਵਿੱਚ ਵਰਤੋਂ ਹੁੰਦੀ ਹੈਗੀ ਹੈ ਤੇ ਉਦੋਂ ਇਹ ਸੁਰ ਨੂੰ ਉੱਚਾ ਕਰ ਦਿੰਦੇ ਨੇ। ਇੱਕ ਹੋਰ ਅਹਿਮ ਜਿਹੜਾ ਨੁਕਤਾ ਇੱਥੇ ਵੇਖਣ ਵਾਲਾ ਹੈਗਾ ਕਿ ਅਕਸਰ ਨਾ ਆਮ ਕਰਕੇ ਇਹ ਕੁਐਸਚਨ ਆ ਜਾਂਦਾ ਹੈਗਾ ਮੁਕਾਬਲੇ ਦੇ ਇਮਤਿਹਾਨਾਂ ਦੇ ਵਿੱਚ ਕਿ ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਦੇ ਵਿੱਚ ਫਰਕ ਕੀ ਹੈਗਾ ਹੈ, ਉਹਦੀ ਸੁਰ ਦਾ ਫਰਕ ਕਿੱਥੇ ਹੈ। ਯਾਦ ਰੱਖਣ ਯੋਗ ਗੱਲ ਹੈਗੀ ਹੈ ਕਿ ਪੱਛਮੀ ਪੰਜਾਬੀ ਦੇ ਵਿੱਚ ਸੁਰ ਨਹੀਂ ਹੈਗੀ ਔਰ ਨਾ ਹੀ ਉਹਨਾਂ ਦੇ ਕੋਲ ਨਾਦੀ ਮਹਾਪ੍ਰਾਣ ਧੁਨੀਆਂ ਨਾ। ਤੋ ਸਾਡੀ ਭਾਸ਼ਾ ਦੇ ਉਹਨਾਂ ਦੇ ਕੋਲ ਨਾਦੀ ਮਹਾਪ੍ਰਾਣ ਧੁਨੀਆਂ ਹੈਗੀਆਂ ਨਾ, ਸੌਰੀ ਉਹਨਾਂ ਕੋਲ ਸੁਰ ਨਹੀਂ ਹੈ, ਸੁਰ ਦੀ ਹੋਂਦ ਨਹੀਂ। ਜਿਵੇਂ ਸਾਡੇ ਸੁਰ ਨੂੰ ਅੰਕਿਤ ਪੰਜਾਬੀ ਦੇ ਵਿੱਚ ਹਾਹਾ ਧੁਨੀ ਨਾਲ ਕੀਤਾ ਜਾਂਦਾ, ਮੂਲ ਰੂਪ ਦੇ ਵਿੱਚ ਹਾਹਾ ਧੁਨੀ ਨਾਲ ਪੰਜਾਬੀ 'ਚ ਸੁਰ ਅੰਕਿਤ ਹੁੰਦੀ ਹੈਗੀ ਹੈ। ਪਰ ਜੇ ਪਾਕਿਸਤਾਨ ਦੇ ਕੰਟੈਕਸਟ ਦੇ ਵਿੱਚ ਗੱਲ ਕਰੀਏ, ਉਹਨਾਂ ਕੋਲੇ ਜਿਹੜੀ ਹੈਗੀ ਆ, ਤੁਸੀਂ ਪਾਕਿਸਤਾਨ ਦੀ ਆਮ ਨੈੱਟ ਦੇ ਉੱਪਰ ਜਾਂ ਹੋਰ ਮੀਡੀਆ ਦੇ ਉੱਪਰ ਜਾਂ ਕਿਤੇ ਵੀ ਉਹਨਾਂ ਦੀ ਗੱਲਬਾਤ ਪੰਜਾਬੀ ਦੀ ਜੇ ਸੁਣੀ ਹੋਵੇ ਤੇ ਉਹ ਹਾਹਾ ਦੀ ਵਰਤੋਂ ਸ਼ਬਦ ਦੇ ਵਿਚਕਾਰ ਨਹੀਂ ਕਰਦੇ ਹੈਗੇ, ਉਹ ਨਾਦੀ ਮਹਾਪ੍ਰਾਣ ਧੁਨੀਆਂ ਦੀ ਗੱਲ, ਧੁਨੀਆਂ ਦੇ ਨਾਲ ਹੀ ਸੁਰ ਨੂੰ ਅੰਕਿਤ ਕਰਦੇ ਨੇ। ਸੋ ਆਧੁਨਿਕ ਪੰਜਾਬੀ ਤੇ ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਦੇ ਵਿਚਕਾਰ ਜਿਹੜਾ ਫਰਕ ਹੈਗਾ ਵਾ ਉਹ ਨਾਦੀ ਮਹਾਪ੍ਰਾਣ ਧੁਨੀਆਂ ਔਰ ਜਿਹੜਾ ਹੈਗਾ ਵਾ ਉਹ ਹਾਹਾ ਦਾ ਫਰਕ ਹੈਗਾ, ਇਹਦਾ ਫਰਕ ਹੈਗਾ ਵਾ ਉਹ। ਸੋ
ਇਹ ਸੀਗੀ ਸਾਡੀ ਸੁਰ। ਤੋ ਨੀਵੀਂ ਸੁਰ ਨੂੰ ਜਦੋਂ ਪੰਜਾਬੀ ਦੇ ਵਿੱਚ, ਆਧੁਨਿਕ ਪੰਜਾਬੀ ਦੇ ਵਿੱਚ ਗੱਲ ਕਰੀਏ, ਪੂਰਬੀ ਪੰਜਾਬੀ ਦੇ ਕੰਟੈਕਸਟ ਦੇ ਵਿੱਚ ਗੱਲ ਕਰੀਏ, ਤੋ ਕੀ ਹੁੰਦਾ ਹੈਗਾ ਵਾ ਕਿ ਜਿਹੜੀ ਇੱਕ ਨੀਵੀਂ ਸੁਰ ਤੋਂ ਜਦੋਂ ਤੁਸੀਂ ਅੰਕਿਤ ਕਰ ਦਿੰਦੇ ਹੋ, ਹਾ ਨੂੰ ਵਿਚਕਾਰ ਅੰਕਿਤ ਕਰ ਦਿੰਦੇ ਹੋ, ਤਾਂ ਉਹਦੀ ਜਿਹੜੀ ਟੋਨ ਹੈਗੀ ਆ ਉਹ ਉੱਚੀ ਚਲੀ ਜਾਂਦੀ ਆ। ਉਦਾਹਰਨ ਵਜੋਂ ਜਿਵੇਂ ਮੈਂ ਲਿਖਾਂ ਗੱਲ, ਉਦਾਹਰਨ ਵਜੋਂ ਜਿਵੇਂ ਪਾੜਾ। ਹੁਣ ਪਾੜਾ ਸ਼ਬਦ ਹੈਗਾ ਵਾ, ਪਾੜਾ ਸ਼ਬਦ ਦਾ ਮਾਇਨਾ ਜਿਹੜਾ ਹੈਗਾ ਉਹਦਾ ਹੈਗਾ ਜਿਵੇਂ ਵਕਫਾ। ਕਿਸੇ ਚੀਜ਼ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਪਾੜਾ ਪੈ ਗਿਆ ਜੀ, ਪਾੜ ਪੈ ਗਿਆ, ਵਕਫਾ ਪੈ ਗਿਆ, ਤਾਂ ਇਹਦੇ ਮਾਇਨੇ ਹੋਰ ਹੈਗੇ ਨੇ ਇੱਥੇ। ਪਾੜਾ, ਕਿਸੇ ਚੀਜ਼ 'ਚ ਪਾੜਾ ਪੈ ਜਾਣਾ। ਆਮ ਬੋਲਚਾਲ ਦੀ ਭਾਸ਼ਾ 'ਚ ਵੀ ਜਾਂ ਮੁਹਾਵਰੇ ਦੇ ਵਿੱਚ ਵੀ ਅਸੀਂ ਇਹ ਗੱਲ ਵਰਤਦੇ ਹਾਂ ਕਿ ਜੀ ਫਲਾਣਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਉਹਨਾਂ ਦੇ ਵਿੱਚ ਪਾੜਾ ਪੈ ਗਿਆ ਜੀ, ਤਾਂ ਇਹ ਪਾੜਾ। ਪਰ ਜਦੋਂ ਅਸੀਂ ਕੀ ਨਾਂ ਲੈਂਦੇ ਆ ਇਹਦੇ ਵਿੱਚ ਕੀ ਕਰਾਂਗੇ ਕਿ ਪਾੜਾ ਸ਼ਬਦ ਨੂੰ ਫਿਰ ਅਸੀਂ ਅੰਕਿਤ ਕਰ ਲਿਆ ਪਾੜਾ, ਤੇ ਜਦੋਂ ਤੁਸੀਂ ਇਹਦੇ ਵਿਚਕਾਰ ਹਾ ਨੂੰ ਪਾ ਦਿਓਗੇ ਤਾਂ ਇਹ ਬਣ ਜਾਊਗਾ ਪਾੜਾ। ਕੀ ਬਣ ਜਾਏਗਾ? ਪਾੜਾ। ਪਾੜਾ ਮੀਨਸ ਜੋ ਵਿਦਿਆਰਥੀ ਹੈ, ਵਿਦਿਆਰਥੀ। ਤਾਂ ਇਸ ਪ੍ਰਕਾਰ ਜਿਹੜਾ ਹੈਗਾ ਵਾ ਇਹ ਸੁਰ ਦਾ ਪ੍ਰਪੰਚ ਹੈਗਾ। ਜਿਵੇਂ ਅਸੀਂ ਲਿਖਦੇ ਹੈਗੇ ਆ, ਜਿਵੇਂ ਕੜ, ਕੜ। ਹੁਣ ਕੜ ਇੱਕ ਰੇਤਾ ਦਾ ਜਾਂ ਕਿਸੇ ਮਿੱਟੀ ਦਾ, ਆਮ ਸ਼ਬਦਾਂ ਦੇ ਵਿੱਚ ਸੁਣਿਆ ਕਿ ਕੜ ਟੁੱਟ ਗਿਆ, ਉਹਦੇ ਸਬਰ ਦਾ ਕੜ ਟੁੱਟ ਗਿਆ। ਕੜ ਹੁੰਦਾ ਬੰਨ, ਕਿਸੇ ਮਿੱਟੀ ਦਾ ਬੰਨ ਜਾਂ ਕਿਸੇ ਹੋਰ ਚੀਜ਼ ਦਾ ਜੋ ਬੰਨ ਹੋਵੇ ਉਹਨੂੰ ਕੜ ਬੋਲਦੇ ਨੇ। ਜੋ ਬੰਨ ਹੈ, ਬੰਨ, ਕੜ। ਔਰ ਦੂਸਰਾ ਜਿਹੜਾ ਹੈਗਾ ਉਹ ਹੈ ਕੜ। ਕੜ, ਕੜ ਮੀਨਸ ਰਿੱਝਿਆ, ਰਿੱਝਿਆ, ਪੱਕਿਆ ਹੋਇਆ। ਕਹਿੰਦੇ ਜੀ ਦੁੱਧ ਕੜ ਗਿਆ ਹੈ, ਤਾਂ ਇਹ ਜਿਹੜਾ ਹੈਗਾ ਉਹ ਸੁਰ ਦਾ ਹੈ। ਜਿਵੇਂ ਆ ਬੰਨ ਹੈਗਾ, ਬੰਨ ਦੇ ਵਿੱਚ ਵੀ ਸੁਰ ਦਾ ਪ੍ਰਪੰਚ ਹੈਗਾ। ਜਿਵੇਂ ਜੇ ਤੁਸੀਂ ਸਧਾਰਨ ਲਿਖ ਦਿਓਗੇ ਬੰਨ, ਬੰਨ, ਤਾਂ ਬੰਨ ਹੈਗੀ ਹੈ ਜੀ ਜੋ ਬਲਦ ਦੇ ਕੁਹਾਨ ਹੈ, ਉਹਦੇ ਪਿੱਠ ਦੇ ਉੱਪਰ ਬਲਦ ਦੇ ਬੈਠਕੇ ਦੇ ਜਾਂ ਹੋਰ ਜਾਨਵਰ ਦੇ ਬੋਤੇ ਦੇ ਉਹਦੇ ਉੱਪਰਲੇ ਜਿਹੜੀ ਕੁਹਾਨ ਬੋਲਿਆ ਜਾਂਦਾ ਹੈਗਾ ਉਹਨੂੰ, ਜੋ ਚਰਬੀ ਦਾ ਇੱਕ ਬਹੁਤ ਵੱਡਾ ਸਾਰਾ ਇੱਕ ਹੁੰਦਾ ਹੈਗਾ, ਇੱਕ ਲੋਥੜਾ ਜਿਹਾ ਮਾਸ ਦਾ, ਉਹਨੂੰ ਬੰਨ ਬੋਲਿਆ ਜਾਂਦਾ। ਉਹ ਆਪਾਂ ਨਹੀਂ ਕਹਿੰਦੇ ਕਿ ਬਲਦ ਦੀ ਬੰਨ ਬੜੀ ਸੋਹਣੀ ਆ, ਬਲਦ ਦੀ ਜੀ, ਬਲਦ ਬੜਾ ਸੋਹਣਾ ਹੈਗਾ, ਉਹਦੇ ਬੰਨ ਬੜੀ ਸੋਹਣੀ ਆ, ਤਾਂ ਉਹ ਬੰਨ। ਤੇ ਜੇਕਰ ਤੁਸੀਂ ਇਹਨੂੰ ਬੰਨ ਦੇ ਵਿਚਕਾਰ ਹਾਹਾ ਪਾ ਦਿਓਗੇ ਤਾਂ ਇਹ ਬਣ ਜਾਏਗਾ ਬੰਨ। ਬੰਨ ਮੀਨਸ ਕਿਸੇ ਚੀਜ਼ ਨੂੰ ਰੋਕਾ, ਉਹਦਾ ਕੜ। ਸੋ ਇਹ ਜਿਹੜਾ ਸਾਡਾ ਸੁਰ ਦਾ ਪ੍ਰਪੰਚ ਹੈ। ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀਆਂ ਉੱਚੇ ਸੁਰ ਵਾਲੀਆਂ ਧੁਨੀਆਂ ਨੇ, ਜੇ ਹੁਣ ਪੰਜਾਬੀ ਦੀ ਗੱਲ ਕਰੀਏ, ਪੰਜਾਬੀ ਵਿੱਚ ਉੱਚੇ ਸੁਰ ਵਾਲੀਆਂ ਜਿਹੜੀਆਂ ਧੁਨੀਆਂ ਹੈਗੀਆਂ ਨਾ, ਉਹ ਉੱਚੇ ਸੁਰ ਵਾਲੀਆਂ ਜਿਹੜੀਆਂ ਧੁਨੀਆਂ ਪੰਜਾਬੀ ਦੇ ਵਿੱਚ, ਉੱਚੇ ਸੁਰ ਵਾਲੀਆਂ ਧੁਨੀਆਂ ਜਿਹੜੀਆਂ ਨੇ ਉਹ ਨੇ ਘੱਗਾ, ਝੱਜਾ, ਢੱਡਾ, ਧੱਦਾ ਤੇ ਪੱਬਾ। ਇਹਨਾਂ ਦਾ ਅੰਕਣ ਜਿਹੜਾ ਕੀਤਾ ਜਾਂਦਾ ਹੈਗਾ ਵਾ ਉਹ ਉੱਚੇ ਸੁਰ ਵਾਸਤੇ ਕੀਤਾ ਜਾਂਦਾ ਹੈ। ਕਈ ਵਾਰ ਨੀਵੀਂ ਸੁਰ ਦੀਆਂ ਧੁਨੀਆਂ, ਜਿਵੇਂ ਨੀਵੀਂ ਸੁਰ ਵਾਲੀਆਂ ਧੁਨੀਆਂ ਹੈਗੀਆਂ ਨੇ ਕੱਕਾ, ਕੱਕਾ, ਚੱਚਾ, ਟੈਕਾ, ਤੱਤਾ ਤੇ ਪੱਪਾ। ਹੁਣ ਇਹਨਾਂ ਦੀ ਸੁਰ ਨੀਵੀਂ ਹੈਗੀ ਆ, ਉਹਨਾਂ ਦੀ ਸੁਰ ਉੱਚੀ ਹੈਗੀ ਆ। ਤੁਸੀਂ ਕੀ ਕਰ ਸਕਦੇ ਹੈਗੇ ਹੋ ਕਿ ਜਦੋਂ ਇਹਨਾਂ ਨੂੰ ਤੁਸੀਂ ਡਾਇਰੈਕਟ ਵਰਤ ਸਕਦੇ ਹੋ। ਉਦਾਹਰਨ ਵਜੋਂ ਜੇ ਤੁਸੀਂ ਲਿਖਣਾ ਹੈਗਾ ਕਨਈਆ, 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 ਇਹ ਕਨਈਆ ਬਣ ਗਿਆ ਜੀ। ਤੁਸੀਂ ਕਨਈਆ ਲਿਖਤਾ, ਕਨਈਆ। ਜੇ ਤੁਸੀਂ ਪੰਜਾਬੀ ਨਾਲ ਕਨਈਆ ਲਿਖਣਾ ਹੈਗਾ, ਕੀ ਇਹ ਸਹੀ ਹੈ? ਕਨਈਆ ਲਿਖਿਆ ਬਹੁਤੀ ਵਾਰ ਤੁਸੀਂ ਐਵੇਂ ਵੀ ਹੁਣ ਵੇਖਿਆ ਹੋਣਾ ਔਰ ਉਵੇਂ ਵੀ ਲਿਖਿਆ ਵੇਖਿਆ ਹੋਣਾ। ਉਹਨੂੰ ਤੁਸੀਂ ਡਾਇਰੈਕਟ ਲਿਖ ਸਕਦੇ ਹੋ, ਮੁੱਢ ਦੇ ਵਿੱਚ ਅੰਕਿਤ ਕਰ ਦਿੱਤਾ ਜੀ ਨਾਦੀ ਮਹਾਪ੍ਰਾਣ ਵਿਅੰਜਨ, ਔਰ ਤੁਹਾਡੀ ਸੁਰ ਜਿਹੜੀ ਹੈਗੀ ਉਹ ਟੋਨ ਉੱਪਰ ਚਲੀ ਗਈ ਔਰ ਤੁਸੀਂ ਕਨਈਆ ਸ਼ਬਦ ਦਾ ਜਿਹੜਾ ਉਚਾਰਨ ਕਰਤਾ ਜਾਂ ਲਿਖ ਦਿੱਤਾ।
तो ਪੰਜਾਬੀ ਵਿੱਚ ਵੀ ਕਨਈਆ ਇਸ ਪ੍ਰਕਾਰ, ਹਿੰਦੀ ਦੇ ਵਿੱਚ ਤਾਂ ਇਹਦੇ ਨਾਲ ਹੀ ਲਿਖਦੇ ਨੇ, ਉਹ ਗ ਦੇ ਨਾਲ ਨਹੀਂ ਲਿਖਦੇ, ਕ ਨਾਲ ਹੀ ਲਿਖਦੇ ਨੇ। ਤੋ ਚਲੋ ਹਿੰਦੀ ਦਾ ਤੇ ਪੰਜਾਬੀ ਦਾ ਸਿਸਟਮ ਦੋਵਾਂ ਭਾਸ਼ਾਵਾਂ ਦਾ ਬੜਾ ਵੱਖਰਾ ਵੱਖਰਾ ਹੈਗਾ ਵਾ। ਤੋ ਜੇਕਰ ਅਸੀਂ ਇਹਨੂੰ ਕਨਈਆ ਬਣਾਉਣਾ ਹੈ ਤੇ ਫਿਰ ਇੱਥੇ ਤੁਹਾਨੂੰ ਜਿਹੜਾ ਹੈਗਾ ਉਹ ਹਾਹਾ ਅੰਕਿਤ ਕਰਨਾ ਪਊਗਾ। ਹੁਣ ਬਣੂਗਾ ਇਹ ਕਨਈਆ। ਤੋ ਜਿਵੇਂ ਇੱਥੇ ਹੁਣ ਚੜ ਤੋਂ ਜੇ ਅਸੀਂ ਲਿਖਣਾ ਹੈਗਾ ਚੜ, ਤੋ ਚੜ ਹੈਗਾ ਸੁਰ ਨੀਵੀਂ ਹੈ, ਝੜ ਦੇ ਨਾਲ ਤਾਂ ਤੁਸੀਂ ਲਿਖ ਸਕਦੇ ਹੋ ਝੜ, ਕੋਈ ਚੀਜ਼ ਝੜ ਜਾਣੀ, ਝੜ ਉੱਚੀ ਸੁਰ ਦੇ ਨਾਲ ਝੜ। ਪਰ ਜਦੋਂ ਜੋ ਚਾ ਦੇ ਨਾਲ ਲਿਖੋਗੇ ਉਹ ਚੜ ਬਣ ਜਾਊਗਾ। ਤੋ ਚਾ ਨੂੰ ਚੜ ਕਿਵੇਂ ਬਣਾਇਆ ਜਾਊਗਾ? ਜਦੋਂ ਤੁਸੀਂ ਪੈਰ ਦੇ ਵਿੱਚ ਇਹਦੇ ਹਾਹਾ ਅੰਕਿਤ ਕਰੋਗੇ। ਤੋ ਮੇਰੇ ਕਹਿਣ ਦਾ ਭਾਵ ਇਹ ਹੈਗਾ ਵਾ, ਉੱਪਰਲੀਆਂ ਧੁਨੀਆਂ ਨੂੰ ਤਾਂ ਤੁਸੀਂ ਡਾਇਰੈਕਟ ਵਰਤ ਸਕਦੇ ਹੋ ਉੱਚੀ ਸੁਰ ਵਾਸਤੇ। ਉਹਦੇ ਵਿੱਚੋਂ ਹੀ ਪੰਜਾਬੀ ਸੁਰ ਦਾ ਜਨਮ, ਸੁਰ ਯੰਤਰੀ ਜਿਹੜੀ ਹਾਹਾ ਹੈਗਾ ਵਾ ਉਹ ਜਿਹੜਾ ਹੈਗਾ ਅੰਕਿਤ ਹੋਣਾ ਸ਼ੁਰੂ ਹੋਇਆ ਹੈਗਾ, ਉਹਨਾਂ ਦੇ ਅਕੋਰਡਿੰਗ ਹੀ ਲੱਗਣਾ ਸ਼ੁਰੂ ਹੋਇਆ। ਕਿਉਂਕਿ ਪੰਜਾਬੀ ਸੁਰਾਤਮਕ ਭਾਸ਼ਾ, ਇਹਦਾ ਵੈਦਿਕ ਜਿਹੜਾ ਪਿਛੋਕੜ ਹੈਗਾ ਵਾ ਉਹ ਵੈਦਿਕ ਭਾਸ਼ਾ ਨਾਲ ਜੁੜਦਾ, ਜਿਹੜੀ ਦੀ ਹਿਸਟੋਰੀਕਲ ਬੈਕਗਰਾਊਂਡ ਹੈਗੀ ਹੈ ਉਹ ਵੈਦਿਕ ਦੇ ਨਾਲ ਜੁੜਦੀ ਹੈਗੀ ਜਾ ਕੇ। ਤੋ ਜਦੋਂ ਤੁਸੀਂ ਇਹਨਾਂ ਨੀਵੀਂ ਸੁਰ ਵਾਲੀਆਂ ਦੀ ਸੁਰ ਉੱਚੀ ਕਰਨੀ ਹੈਗੀ, ਇਹਨਾਂ ਧੁਨੀਆਂ ਨੂੰ ਤੁਸੀਂ ਉੱਚੀਆਂ ਕਰਕੇ ਲਿਖਣਾ ਹੈਗਾ ਵਾ, ਤਾਂ ਉਦੋਂ ਤੁਹਾਨੂੰ ਹੈਗਾ ਜਿਹੜਾ ਹੈ ਉਹਦੇ ਵਿੱਚ ਪੈਰ ਦੇ ਵਿੱਚ ਤੁਹਾਨੂੰ ਹੈਗਾ ਹਾਹਾ ਅੰਕਿਤ ਕਰਨਾ ਪਊਗਾ, ਜਿਵੇਂ ਪੜ। ਸੋ ਇਹ ਹੈਗਾ ਸਾਡਾ ਸੁਰ। ਇੱਥੇ ਸਾਡਾ ਜਿਹੜਾ ਪ੍ਰਪੰਚ ਹੈਗਾ ਉਹ ਸੁਰ ਦਾ ਹੈ। ਤੋ ਨੈਕਸਟ ਇੱਕ ਹੈਗੀ ਆ ਸੁਰ ਦੀ ਹੀ ਅਗਲੀ ਜਿਹੜੀ ਹੈਗੀ ਆ, ਜਦੋਂ ਇਹ ਤਾਂ ਤੁਸੀਂ ਵਾਕ ਦੇ ਪੱਧਰ ਤੇ ਸੁਰ ਦੀ ਗੱਲ ਕੀਤੀ ਹੈਗੀ ਮੈਂ ਇੱਥੇ, ਕਿ ਜੋ ਵਾਕ ਦਾ ਪੱਧਰ ਹੈਗਾ ਉਹ ਸੁਰ ਦੇ ਵਿੱਚ ਕਿਸ ਪ੍ਰਕਾਰ ਸ਼ਬਦ ਦਾ ਪੱਧਰ ਹੈਗਾ ਜਿਹੜਾ ਉਹ ਕਿਸ ਪ੍ਰਕਾਰ ਜਿਹੜਾ ਕਾਰਗਰ ਹੁੰਦਾ ਹੈਗਾ, ਨਾਦੀ ਮਹਾਪ੍ਰਾਣ ਧੁਨੀਆਂ ਨਾਲ ਹੁੰਦਾ ਹੈਗਾ, ਔਰ ਜਾਂ ਫਿਰ ਅੱਗੇ ਜਾ ਕਰਕੇ ਹੁੰਦਾ ਹੈ ਆਪਣੇ ਨਾਲ ਵਿਚਕਾਰ ਸੁਰ ਯੰਤਰੀ ਹਾਹਾ ਵਰਤਨ ਦੇ ਨਾਲ। ਤੋ ਦੂਸਰਾ ਜਿਹੜਾ ਸਿਸਟਮ ਹੈਗਾ ਵਾ ਉਹ ਹੈ ਸੁਰ ਲਹਿਰ। ਇਹਨੂੰ ਅੰਗਰੇਜ਼ੀ ਦੇ ਵਿੱਚ ਬੋਲਦੇ ਨੇ ਇੰਟੋਨੇਸ਼ਨ, ਸੁਰ ਲਹਿਰ, ਸੁਰ ਲਹਿਰ। ਹੁਣ ਸੁਰ ਲਹਿਰ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਪਿੱਚ ਜਿਹੜੀ ਹੈਗੀ ਹੈ ਉਹ ਪੂਰੇ ਵਾਕ ਦੇ ਵਿੱਚ ਕਿਸ ਪ੍ਰਕਾਰ ਦਾ ਜਿਹੜਾ ਬਿਹੇਵੀਅਰ ਕਰਦੀ ਹੈ, ਕੀ ਰਿਐਕਟ ਕਰਦੀ ਹੈਗੀ ਤੁਹਾਡੀ ਪਿੱਚ ਜਿਹੜੀ ਪੂਰੇ ਵਾਕ ਦੇ ਦੌਰਾਨ, ਪੂਰੇ ਵਾਕ ਦੇ ਬੋਲਣ ਦੇ ਦੌਰਾਨ, ਵਾਕ ਨੂੰ ਉਚਾਰਨ ਦੇ ਦੌਰਾਨ। ਮੈਂ ਇੱਕ ਵਾਕ ਇੱਥੇ ਲਿਖਣਾ ਵਾ, ਵਿਆਕਰਣਿਕ ਪੱਧਰ ਦੇ ਉੱਪਰ ਉਸ ਵਾਕ ਨੂੰ ਤੁਸੀਂ ਜਿਹੜਾ ਹੈਗਾ ਬੋਲੇ ਤੋਂ ਤੇ ਲਿਖੇ ਤੋਂ ਦੋ ਅਲੱਗ-ਅਲੱਗ ਪਹਿਲੂ ਨੇ। ਹੁਣ ਇੱਕ ਵਾਕ ਨੂੰ ਮੈਂ ਇੱਕ ਪ੍ਰਕਾਰ ਹੀ ਲਿਖੂੰਗਾ, ਉਹ ਦੋ ਪੱਧਰਾਂ ਤੋਂ ਸਾਕਾਰ ਹੋਊਗਾ। ਇੱਕ ਤਾਂ ਤੁਹਾਡੇ ਇੰਟੋਨੇਸ਼ਨ ਦੇ ਅਕੋਰਡਿੰਗ ਹੋਊਗਾ, ਔਰ ਦੂਸਰਾ ਜਿਹੜਾ ਹੋਊਗਾ ਉਹ ਵਿਆਕਰਣਿਕ ਚਿੰਨ੍ਹਾਂ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਸਾਕਾਰ ਹੋਊਗਾ। ਉਦਾਹਰਨ ਵਜੋਂ ਮੁੰਡਾ ਚਲਾ ਗਿਆ, ਮੁੰਡਾ ਚਲਾ ਗਿਆ। ਹੁਣ ਇੱਕ ਹੀ ਵਾਕ ਹੈ ਔਰ ਬਿਲਕੁਲ ਇੱਕੋ ਸ਼ਬਦ ਨੇ, ਸਾਰੇ ਦੇ ਸਾਰੇ ਇੱਕ ਹੀ ਬਣਤਰ, ਇੱਕ ਹੀ ਵਿੱਚ ਕਰਤਾ ਹੈ, ਉਦੇਸ਼ ਵਿਦੇ ਸਾਰੇ ਉਹਦੇ ਇੱਕ ਨੇ। ਤੋ ਵਾਕ ਦੇ ਵਿੱਚ ਸੁਰ ਲਹਿਰ ਦੇ ਪੱਧਰ ਤੇ ਜੇ ਤਾਂ ਤੁਸੀਂ ਇਸ ਅਕੋਰਡਿੰਗ ਪੜ੍ਹ ਲਓਗੇ, ਇਹਨੂੰ ਵਿਆਕਰਨਿਕ ਚਿੰਨ੍ਹਾਂ ਨੂੰ ਦੇਖ ਲਾਂਗੇ, ਤੇ ਤੁਹਾਡੀ ਪਿੱਚ ਆਟੋਮੈਟਿਕ ਹੀ ਚੇਂਜ ਹੋ ਜਾਏਗੀ ਉੱਥੇ। ਪਹਿਲੇ ਵਾਕ ਦੇ ਵਿੱਚ ਕੀ ਹੋਇਆ ਹੈਗਾ ਕਿ ਇਹਦੇ ਵਿੱਚ ਸਧਾਰਨ ਪੁਸ਼ਟੀ ਕੀਤੀ ਹੈ ਔਰ ਸੁਰ ਜਿਹੜੀ ਹੈਗੀ ਉਹ ਪੱਧਰੀ ਹੈ। ਸਧਾਰਨ ਪੁਸ਼ਟੀ ਹੋਈ ਹੈ, ਸਧਾਰਨ ਪੁਸ਼ਟੀ ਕੀਤੀ ਗਈ ਹੈ, ਤੋ ਜਿਹੜੀ ਪਿੱਚ ਹੈਗੀ ਤੁਹਾਡੀ ਉਹ ਪੱਧਰੀ ਹੀ ਰਹੀ ਹੈ। ਪਿੱਚ ਕੀ ਹੈਗੀ ਆ? ਪੱਧਰੀ ਰਹੀ ਹੈ। ਮੁੰਡਾ ਚਲਾ ਗਿਆ, ਮੈਂ ਆਪਣੇ ਕਥਨ ਦੀ ਪੁਸ਼ਟੀ ਕਰ ਦਿੱਤੀ ਹੈ ਅਨਿਆ ਪੁਰਖ ਦੇ ਕੋਲ ਕਿ ਮੁੰਡਾ ਚਲਾ ਗਿਆ ਹੈਗਾ, ਦੂਜੇ ਪੁਰਖ ਦੇ ਕੋਲ ਕਿ ਮੁੰਡਾ ਚਲਾ ਗਿਆ ਹੈਗਾ। ਤੋ ਨੈਕਸਟ ਜਿਹੜਾ ਹੈਗਾ ਉਹ ਕੀ ਹੈ ਕਿ ਮੇਰੀ ਜਿਹੜੀ ਟੋਨ ਹੈਗੀ ਆ, ਮੇਰੀ ਜਿਹੜੀ ਤਾਨ ਹੈਗੀ ਆ, ਜਿਹੜਾ ਮੇਰਾ ਸੁਰ ਹੈਗਾ ਵਾ, ਮੇਰੀ ਜਿਹੜੀ ਪਿੱਚ ਹੈਗੀ ਆ ਉਹ ਉੱਪਰ ਵੱਲ ਨੂੰ ਉੱਠ ਗਈ ਇੱਕਦਮ ਕਿ ਮੁੰਡਾ ਚਲਾ ਗਿਆ। ਇੱਥੇ ਮੈਂ ਪ੍ਰਸ਼ਨ ਕਰ ਰਿਹਾ ਹੈਗਾ, ਕੀ ਕਰ ਰਿਹਾ ਹੈਗਾ? ਪ੍ਰਸ਼ਨ, ਕਿ ਮੁੰਡਾ ਚਲਾ ਗਿਆ। ਇਸ ਪ੍ਰਕਾਰ ਦੇ ਨਾਲ ਪਹਿਲੇ ਦੇ ਵਿੱਚ ਕੀ ਸੀ? ਸਧਾਰਨ ਪੁਸ਼ਟੀ ਹੋ ਗਈ।
ਦੂਜੇ ਦੇ ਵਿੱਚ ਕੀ ਹੈ ਕਿ ਮੁੰਡਾ ਚਲਾ ਗਿਆ, ਮੁੰਡਾ ਸਵਾਲ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਉੱਥੇ ਕਿ ਮੁੰਡਾ ਚਲਾ ਗਿਆ। ਤੀਜੀ ਦੇ ਵਿੱਚ ਕੀ ਹੁੰਦਾ ਹੈਗਾ, ਜਦੋਂ ਤੀਜੇ ਪੱਧਰ ਤੇ ਇਹ ਸੁਰ ਚਲੀ ਜਾਂਦੀ ਹੈਗੀ ਹੈ ਤੇ ਜਿਹੜੀ ਵਿਸਮਿਕ ਦੀ ਵਿਸਮਾਦ ਦੀ ਅਵਸਥਾ ਬਣ ਜਾਂਦੀ ਹੈ ਕਿ ਮੁੰਡਾ ਚਲਾ ਗਿਆ। ਹੁਣ ਇਹ ਦੇਖੋ ਇੱਥੇ ਜਿਹੜਾ ਹੈਗਾ ਉਹ ਵਿਸਮਿਕ ਲੱਗ ਜਾਏਗਾ, ਇਹਨੂੰ ਕਹਿੰਦੇ ਨੇ ਵਿਸਮਿਕ। ਪਾਣਿਨੀ ਨੇ ਇਹਦੀ ਗਿਣਤੀ ਜਿਹੜੀ ਨਿਪਾਤਾਂ ਦੇ ਵਿੱਚ ਕੀਤੀ ਹੈਗੀ ਆਪਣੇ ਅਸ਼ਟਾਧਿਆਈ ਦੇ ਵਿੱਚ। ਤਾਂ ਮੁੰਡਾ ਚਲਾ ਗਿਆ, ਹੁਣ ਇੱਕ ਦੇ ਵਿੱਚ ਤੇ ਸੁਰ ਸਾਡੀ ਪੱਧਰੀ ਰਹੀ, ਇੱਕ ਦੇ ਵਿੱਚ ਸੁਰ ਉੱਚੀ ਚਲੀ ਗਈ ਔਰ ਦੂਸਰੇ ਦੇ ਵਿੱਚ ਇੱਕੇਦਮ ਜਿਹੜੀ ਪਿੱਚ ਦੀ ਜਿਹੜੀ ਹੈਗੀ ਹੈ ਸਥਿਤੀ ਹੈਗੀ ਉਹ ਥੱਲੇ ਨੂੰ ਚਲੀ ਗਈ ਕਿ ਮੁੰਡਾ ਚਲਾ ਗਿਆ। ਸੋ ਇਹ ਜਿਹੜੇ ਹੈਗੇ ਨੇ, ਵਾਕ ਦੇ ਪੱਧਰ ਤੇ ਜਦੋਂ ਸੁਰ ਦਾ ਇਸਤੇਮਾਲ ਹੁੰਦਾ ਹੈਗਾ, ਇਹਨੂੰ ਐਂਟੋਨੇਸ਼ਨ ਬੋਲਦੇ ਨੇ ਅੰਗਰੇਜ਼ੀ ਦੇ ਵਿੱਚ, ਸੁਰ ਲਹਿਰ। ਤੋ ਸੁਰ ਲਹਿਰ ਹੈਗੀ ਹੈ ਜਿਹੜੀ ਉਹ ਵਾਕ ਦੇ ਮਾਇਨਿਆਂ ਨੂੰ ਇੱਕੋ ਦਮ ਚੇਂਜ ਕਰ ਦਿੰਦੀ ਹੈਗੀ, ਉਹ ਬਦਲ ਦਿੰਦੀ ਹੈਗੀ ਹੈ। ਸੋ ਇਹ ਹੈਗਾ ਸਾਡੀ ਸੁਰ ਦਾ ਸਿਸਟਮ, ਸੁਰ ਦਾ ਪ੍ਰਪੰਚ ਹੈਗਾ ਵਾ। ਤੋ ਸੁਰ ਹੈ ਜਿਹੜੀ ਉਹ ਹਾਹਾ ਦੀ ਜਿਵੇਂ ਸਥਿਤੀ ਹੈਗੀ ਆ, ਪੰਜਾਬੀ ਦੇ ਵਿੱਚ ਗੱਲ ਕਰੀਏ, ਜਿਵੇਂ ਮੈਂ ਪਹਿਲਾਂ ਦੂਰੀ ਵਾਰ ਫੇਰ ਥੋੜਾ ਜਿਹਾ ਦੁਹਰਾਵਾਂ ਉਸ ਸੰਦਰਭ ਦੇ ਵਿੱਚ ਵੀ, ਹਾਹਾ ਦੀ ਸਥਿਤੀ ਹੀ ਸੁਰ ਨੂੰ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਉਹ ਮੁੱਢਲੇ ਰੂਪ ਦੇ ਵਿੱਚ ਵਿਅਕਤ ਕਰਦੀ ਹੈਗੀ। ਆਦ, ਮੱਧ ਤੇ ਅੰਤ ਦੀ ਸਥਿਤੀ ਦੇ ਵਿੱਚ ਜਿਹੜਾ ਹਾਹਾ ਹੈ ਉਹ ਵਰਤਿਆ ਜਾਂਦਾ ਹੈਗਾ। ਤੋ ਆਦ ਦੀ ਸਥਿਤੀ ਦੇ ਵਿੱਚ ਉਹਦਾ ਉਚਾਰਣੀ ਰੂਪ ਹੈਗਾ, ਮੱਧ ਤੇ ਅੰਤ ਦੀ ਸਥਿਤੀ ਦੇ ਵਿੱਚ ਉਹ ਸੁਰ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਉਦਾਹਰਨ ਵਜੋਂ ਸ਼ਹਿਰ ਨਹੀਂ ਹੁੰਦਾ ਸ਼ਾਇਰ, ਸਾਹਿਬ ਨਹੀਂ ਸਾਹਿਬ, ਤੋ ਕਿਹਾ ਨਹੀਂ ਕਿਆ। ਤੋ ਇਹ ਜਿਹੜਾ ਹੈਗਾ ਵਾ ਪ੍ਰਪੰਚ ਹੈਗਾ ਵਾ, ਇਹ ਸੁਰ ਦੇ ਨਾਲ ਸਾਡਾ ਸੰਬੰਧਿਤ ਹੈ, ਇਹਨੂੰ ਕਿਹਾ ਜਾਂਦਾ ਜੀ ਸੁਰ। ਤੋ ਜਿਹੜਾ ਨੈਕਸਟ ਹੈਗਾ ਸਾਡਾ ਜੋ ਅਗਲਾ ਹੈ ਉਹ ਹੈ ਬਲ। ਅਖੰਡੀ ਧੁਨੀ ਗ੍ਰਾਮ ਸਾਡਾ ਅਗਲਾ ਜਿਹੜਾ ਹੈਗਾ ਉਹ ਹੈਗਾ ਵਾ ਬਲ। ਬਲ ਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਹੈਗਾ ਉਹ ਸਟ੍ਰੈਸ ਕਹਿੰਦੇ ਨੇ। ਸਟ੍ਰੈਸ ਅੰਗਰੇਜ਼ੀ ਦੇ ਪ੍ਰਪੰਚ ਦੇ ਵਿੱਚ ਇਹ ਸਟ੍ਰੈਸ ਤਣਾਅ ਨਹੀਂ ਹੈਗਾ, ਤਣਾਅ ਨਹੀਂ ਇਹਨੂੰ ਸਮਝ ਲੈਣਾ, ਡਿਪਰੈਸ਼ਨ ਨਹੀਂ, ਜੋ ਕਿ ਸਟ੍ਰੈਸ ਉਹ ਨਹੀਂ ਹੈ, ਦਬਾਓ, ਕਿਸੇ ਚੀਜ਼ ਦੇ ਉੱਤੇ ਦਬਾਅ ਪਾ ਲੈਣਾ। ਤੋ ਪੰਜਾਬੀ ਦੇ ਵਿੱਚ ਜਿਹੜਾ ਦਬਾਅ ਹੈਗਾ ਵਾ ਉਹ ਅਧਕ ਦੇ ਦੁਆਰਾ ਪਾਇਆ ਜਾਂਦਾ ਹੈ। ਪੰਜਾਬੀ ਵਿੱਚ ਸ਼ਬਦਾਂ ਤੇ ਦਬਾਅ, ਜਿਹੜਾ ਦਬਾਅ ਹੈਗਾ ਜਾਂ ਦਬਾਅ ਕਹਿ ਲਓ, ਉਹ ਅਧਕ ਦੁਆਰਾ ਪਾਇਆ ਜਾਂਦਾ ਹੈ। ਅਧਕ ਜਿਹੜਾ ਹੈਗਾ ਵਾ ਇੱਕ ਖਾਸੀਅਤ ਸਾਡੀ ਪੰਜਾਬੀ ਦੀ ਬੜੀ ਅਹਿਮ ਹੈਗੀ ਆ। ਅਕਸਰ ਕਈ ਵਾਰ ਚਰਚਾ ਹੁੰਦੀ ਹੈਗੀ ਆ ਕਿ ਕਈ ਮਿੱਤਰ ਪਿਆਰੇ ਜਾਂ ਹੋਰ ਵਿਦਿਆਰਥੀ ਵੀ ਇਹ ਗੱਲ ਕਹਿੰਦੇ ਕਿ ਹਿੰਦੀ ਸੰਸਕ੍ਰਿਤ ਦੇ ਨੇੜੇ ਹੈ। ਹਿੰਦੀ ਸੰਸਕ੍ਰਿਤ ਦੇ ਨੇੜੇ ਨਹੀਂ ਹੈਗੀ, ਸੰਸਕ੍ਰਿਤ ਮੁਕੰਮਲ ਭਾਸ਼ਾ ਹੈ। ਤਾਂ ਮੈਨੂੰ ਲੱਗਦਾ ਕਿ ਸੰਸਕ੍ਰਿਤ ਦੇ ਜੇ ਨੇੜੇ ਆ ਤਾਂ ਉਹ ਪੰਜਾਬੀ ਹੈ। ਪੰਜਾਬੀ ਵੀ ਆਪਣੇ ਆਪ ਦੇ ਵਿੱਚ ਮੁਕੰਮਲ ਹੈ। ਤੁਸੀਂ ਅੰਗਰੇਜ਼ੀ ਦੇ ਵਿੱਚ ਮਿੱਟੀ ਲਿਖੋਗੇ ਨਾ ਤੇ ਤੁਹਾਨੂੰ ਡਬਲ ਟੀ ਲਿਖਣੀ ਪੈਣੀ ਹੈਗੀ ਆ। ਅੰਗਰੇਜ਼ੀ ਦੇ ਵਿੱਚ ਜਿਹੜਾ, ਜੇ ਤੁਸੀਂ ਹਿੰਦੀ ਦੇ ਵਿੱਚ ਮਿੱਟੀ ਲਿਖੋਗੇ ਤੇ ਡਬਲ ਜਿਹੜਾ ਟਾ ਹੈਗਾ ਉਹ ਵੀ ਤੁਹਾਨੂੰ ਡਬਲ ਵਰਤਣਾ ਪੈਣਾ। ਉਦਾਹਰਨ ਵਜੋਂ ਜੇ ਮਿੱਟੀ ਪੰਜਾਬੀ 'ਚ ਇਉਂ ਲਿਖਦੇ ਹੋ ਨਾ ਤੁਸੀਂ, ਇਉਂ ਮਿੱਟੀ, ਜੇ ਤੁਸੀਂ ਅੰਗਰੇਜ਼ੀ 'ਚ ਗੱਲ ਕਰੋਗੇ ਤੇ ਇਉਂ ਲਿਖਣੀ ਪਏਗੀ ਮਿੱਟੀ। ਹਿੰਦੀ ਦੇ ਵਿੱਚ ਲਿਖੋਗੇ ਤੇ ਇਉਂ ਲਿਖਣੀ ਪਏਗੀ, ਇਉਂ ਕਰਕੇ। ਤੋ ਜੋ ਆਹ ਸਿਸਟਮ ਹੈਗਾ ਵਾ ਜਾਂ ਆਹ ਸਿਸਟਮ ਹੈਗਾ ਵਾ, ਇਹ ਕੀ ਹੈਗਾ, ਇੱਥੇ ਤੁਹਾਨੂੰ ਦੋਹਰਾ ਅੱਖਰ ਉਚਾਰਨਾ ਪੈਂਦਾ ਹੈਗਾ। ਹਿੰਦੀ ਦੇ ਵਿੱਚ ਜਿਵੇਂ ਤੁਸੀਂ ਲਿਖਦੇ ਹੋ ਲੱਖ, ਤਾਂ ਕੀ ਕਰੋਗੇ, ਜਾਂ ਤੇ ਇਉਂ ਲਿਖਣਾ ਪੈਂਦਾ ਹੈਗਾ, ਜਾਂ ਕਈ ਵਾਰ ਫਿਰ ਇਉਂ ਵੀ ਕਈ ਲਿਖ ਦਿੰਦੇ ਨੇ ਹੈਗੇ ਨੇ, ਇਉਂ ਕਰਕੇ। ਤੋ ਜੋ ਵਿਚਕਾਰ ਤੁਸੀਂ ਆਹ ਵਿਅੰਜਨ ਵਰਤ ਰਹੇ ਹੋ, ਇਹਦਾ ਕੀ ਪ੍ਰਪੰਚ ਹੈਗਾ, ਤੁਸੀਂ ਡਬਲ ਵਰਤ ਰਹੇ ਹੋ ਉਹਨੂੰ, ਉਹ ਡਬਲ ਲਿਖ ਰਹੇ ਹੋ, ਤੁਹਾਨੂੰ ਦੱਸਣਾ ਪੈਣਾ ਹੈਗਾ ਜੀ। ਤੋ ਅੰਗਰੇਜ਼ੀ ਦੇ ਵਿੱਚ ਕੋਈ ਜਿਹੜਾ ਹੈਗਾ ਪ੍ਰਪੰਚ ਉਹ ਵੀ ਡਬਲ ਦਾ ਹੈਗਾ ਸਟ੍ਰੈਸ ਵਾਸਤੇ, ਪਰ ਪੰਜਾਬੀ ਦੇ ਵਿੱਚ ਇਹਦੇ ਸਮਵਿੱਥ ਜਿਹੜਾ ਹੈਗਾ ਵਾ ਉਹ ਅਧਕ ਵਰਤਿਆ ਜਾਂਦਾ ਹੈਗਾ। ਤਾਂ ਜਦੋਂ ਪਹਿਲੇ ਅੱਖਰ ਦੇ ਉੱਪਰ, ਪਹਿਲੇ ਵਰਣ ਦੇ ਉੱਪਰ ਤੁਸੀਂ ਅਧਕ ਨੂੰ ਵਰਤ ਦਿੰਦੇ ਹੋ, ਵਰਤੋਂ ਉਹਦੀ ਕਰ ਦਿੰਦੇ ਹੋ, ਤਾਂ ਉਦੋਂ ਆਉਣ ਵਾਲੇ ਦੂਜੇ ਵਰਣ ਦਾ ਜਿਹੜਾ ਉਚਾਰਨ ਹੈਗਾ ਵਾ ਉਹ ਦੁੱਤ ਹੋ ਜਾਂਦਾ ਹੈਗਾ, ਦੂਹਰਾ ਉਚਾਰਨ ਹੋ ਜਾਂਦਾ ਹੈਗਾ। ਉਦਾਹਰਨ ਵਜੋਂ ਜਿਵੇਂ
ਮਟ। ਜਿਵੇਂ ਹੁਣ ਮਟ ਹੈ, ਮਟ। ਹੁਣ ਮਟ ਮਲਵਈ ਦੇ ਵਿੱਚ ਆਮ ਕਰਕੇ ਦਿਉਰੇ ਨੂੰ ਬੋਲਿਆ ਜਾਂਦਾ ਹੈ, ਦਿਉਰਾ। ਦਿਉਰਾ ਜਿਵੇਂ ਮਟੀ ਕਹਿ ਲਓ, ਮਟੀ 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 ਜਾਂ ਮੜੀ ਵੀ ਕਹਿ ਦਿੰਦੇ ਨੇ ਕਈ, ਮੜੀ ਵੀ ਕਹਿ ਦਿੰਦੇ ਨੇ, ਜਿੱਥੇ ਉਹ ਪੂਜਾ ਵਗੈਰਾ ਅਰਚਨਾ ਕੀਤੀ ਜਾਂਦੀ, ਜਠੇਰਿਆਂ ਦੀ ਪੂਜਾ ਕੀਤੀ ਜਾਂਦੀ, ਉਹ ਮਟ ਹੈ। ਦਿਉਰਾ ਵੀ ਕਹਿੰਦੇ ਨੇ, ਮਟੀ ਵੀ, ਮੜੀ ਵੀ ਕਹਿ ਦਿੰਦੇ ਨੇ, ਅਲੱਗ-ਅਲੱਗ ਭਾਸ਼ਾਈ ਵਖਰੇਵਾਂ ਹੈਗਾ ਇਹ। ਤੋ ਮਟ ਹੈ, ਤੋ ਮਟ ਉਹ ਦਿਉਰੇ ਦਾ ਆਵਾਜ਼ ਦਿੰਦਾ ਹੈਗਾ। ਤੋ ਉਦੋਂ ਬਾਅਦ ਦੇ ਵਿੱਚ ਜੇਕਰ ਅਸੀਂ ਇਹਦੇ ਉੱਤੇ ਅਧਕ, ਇਸ ਮਟ ਦੇ ਉੱਤੇ ਅਧਕ ਯੂਜ਼ ਕਰ ਲਈਏ ਤਾਂ ਇਹ ਬਣ ਜਾਏਗਾ ਮੱਟ। ਮੱਟ ਮੀਨਸ ਵੱਡਾ ਪਾਤਰ, ਕੋਈ ਵੱਡਾ ਦਰੋਣ, ਕੋਈ ਵੱਡਾ ਕੁੱਜਾ। ਆਮ ਕਰਕੇ ਕਈਆਂ ਪਿੰਡਾਂ ਦੇ ਵਿੱਚ ਅਜੇ ਤੱਕ ਵੀ ਮੱਟ ਪਏ ਨੇ, ਵੱਡੇ ਵੱਡੇ ਕੁੱਜੇ, ਤੌੜੇ। ਤੋ ਕੁੱਜਾ, ਤੌੜਾ, ਜੋ ਵੀ, ਜਾਂ ਕੋਈ ਪਾਤਰ ਕਹਿ ਲਓ, ਪਾਤਰ, ਵੱਡਾ ਪਾਤਰ, ਜਾਂ ਪਤੀਲਾ। ਖੈਰ ਪਤੀਲਾ ਜਿਹੜਾ ਹੈਗਾ ਉਹ ਧਾਤ ਦੀ ਥੋੜੀ ਜੀ ਬਣਿਆ ਹੁੰਦਾ ਹੈਗਾ, ਕਿਸੇ ਧਾਤ ਦਾ ਬਣਿਆ ਹੁੰਦਾ ਹੈਗਾ ਜੋ ਪਤੀਲਾ ਹੁੰਦਾ ਹੈਗਾ, ਉਹ ਇਸੇ ਦੇ ਇਹਦੇ ਵਿੱਚ ਨਹੀਂ ਆਉਂਦਾ ਹੈਗਾ। ਤੋ ਮਟ ਹੁਣ ਕੀ ਹੋ ਗਿਆ ਕਿ ਜਿਹੜਾ ਅਸੀਂ ਇੱਥੇ, ਤੁਸੀਂ ਮਟ ਹੈ, ਮਟ। ਤੋ ਮਟ ਕਿਵੇਂ ਬਣ ਗਿਆ? ਜਦੋਂ ਤੁਸੀਂ ਅਧਕ ਨੂੰ ਯੂਜ਼ ਕਰ ਦਿੱਤਾ ਨਾ ਉੱਪਰ, ਤੋ ਜਿਹੜਾ ਆਹ ਟੈਕਾ ਹੈਗਾ ਇਹਦਾ ਉਚਾਰਨ ਜਿਹੜਾ ਹੈਗਾ ਉਹ ਦੂਰਾ ਹੋ ਗਿਆ। ਇਹਦਾ ਉਚਾਰਨ ਕੀ ਹੋ ਗਿਆ? ਦੂਰਾ ਹੋ ਗਿਆ, ਤੇ ਦਬਾਅ ਆ ਗਿਆ। ਮੱਟ, ਉਹ ਸੀ ਮਟ। ਕੀ ਆ? ਮੱਟ। ਪੰਜਾਬੀ ਵਿੱਚ ਅਧਕ ਦੀ ਜਿਹੜੀ ਵਰਤੋਂ ਹੈਗੀ ਆ ਉਹ ਅੱਖਰ ਨੂੰ ਪਹਿਲੇ ਅੱਖਰ ਤੇ ਅੰਕਿਤ ਹੋ ਕੇ ਦੂਜੇ ਅੱਖਰ ਨੂੰ ਦੂਰਾ ਕਰਨ ਵਾਸਤੇ ਕੀਤੀ ਜਾਂਦੀ ਹੈਗੀ ਹੈ। ਤੋ ਇੱਕ ਚੀਜ਼ ਹੋਰ ਵੀ ਇੱਥੇ ਬੜੀ ਜ਼ਰੂਰੀ ਸਮਝਣ ਯੋਗ ਹੈਗੀ ਆ ਕਿ ਉਚਾਰਨਤਾ ਦੇ ਪੱਧਰ ਦੇ ਉੱਪਰ ਆ ਕਰਕੇ ਜਦੋਂ ਅਸੀਂ ਉਚਾਰਨ ਕਰਦੇ ਹਾਂ ਕਿਸੇ ਚੀਜ਼ ਦਾ, ਉਸ ਪੱਧਰ ਤੇ ਆ ਕੇ ਬਹੁਤੀ ਵਾਰ ਅਸੀਂ ਅਧਕ ਦੀ ਜਿਹੜੀ ਚੇਤਨਾ ਨੂੰ ਸਵੀਕਾਰ ਨਹੀਂ ਕਰਦੇ ਹੈਗੇ। ਉਦਾਹਰਨ ਵਜੋਂ ਕਿ ਆਮ ਤੁਸੀਂ ਦੇਖਿਆ ਹੋਣਾ, ਜਿਹੜਾ ਹੈਗਾ ਤੁਸੀਂ ਲਿਖਦੇ ਹੋ, ਹੁਣ ਇਹਨੂੰ ਤੁਸੀਂ ਬੂਟਾ ਸਮਝਦੇ ਹੋ, ਹਾਲਾਂਕਿ ਇਹ ਬੂਟਾ ਨਹੀਂ ਹੈਗਾ। ਇਹ ਤੁਹਾਡੀ ਚੇਤਨਾ ਦੇ ਵਿੱਚ ਹੀ ਇਹ ਵਸਿਆ ਹੋਇਆ ਕਿ ਇਹ ਬੂਟਾ। ਬੂਟਾ ਕਦੋਂ ਬਣੂ? ਜਦੋਂ ਅਸੀਂ ਪਹਿਲਾਂ ਹੀ ਕਹਿ ਚੁੱਕੇ ਕਿ ਜਦੋਂ ਐਸ ਦੇ ਉੱਤੇ ਅਧਕ ਪਊਗਾ ਤਾਂ ਉਸ ਸਮੇਂ ਜਿਹੜਾ ਹੈਗਾ ਵਾ ਇਹਦਾ ਉਚਾਰਨ ਜਿਹੜਾ ਹੈ ਉਹ ਦੁੱਤ ਹੋਊਗਾ। ਹੁਣ ਇਹਦੇ ਤੇ ਆਦਕ ਜੇ ਪੈਂਦਾ ਹੈਗਾ ਤੇ ਇਹਦਾ ਉਚਾਰਨ ਦੁੱਤ। ਕੀ ਇਹਦਾ ਉਚਾਰਨ ਦੁੱਤ ਹੋ ਜਾਂਦਾ? ਕੀ ਇਹ ਸਹੀ ਹੈ? ਨਹੀਂ, ਇਹ ਸਹੀ ਨਹੀਂ ਹੈ। ਉਚਾਰਨ ਕਿਸ ਤੇ ਪਊਗਾ? ਪਹਿਲੀ ਗੱਲ ਤੇ ਸਾਨੂੰ ਇਸ ਚੀਜ਼ ਦਾ ਸੰਬੰਧ ਦਾ ਪਤਾ ਹੋਣਾ ਚਾਹੀਦਾ ਹੈਗਾ। ਇਹਦੇ ਵਿੱਚ ਜਿਹੜੀਆਂ ਧੁਨੀਆਂ ਹੈਗੀਆਂ ਨੇ ਉਹ ਚਾਰ ਧੁਨੀਆਂ ਕੰਮ ਕਰਦੀਆਂ ਨੇ। ਹੁਣ ਜੇਕਰ ਤੁਸੀਂ ਇਹਦੇ ਤੇ ਅੰਕਿਤ ਕਰ ਦੋਗੇ ਤੇ ਟਾ ਦਾ ਉਚਾਰਨ ਦੂਰਾ ਕਰਕੇ ਕੀ ਕਰਨਾ ਹੈਗਾ? ਅਸੀਂ ਬੂਟਾ, ਬੁੱਟਾ ਬਣ ਜਾਏਗਾ ਇਹ। ਨੋ, ਅਸੀਂ ਕੀ ਕਰਾਂਗੇ? ਅਸਲੀਅਤ ਦੇ ਵਿੱਚ ਸਹੀ ਢੰਗ ਦੇ ਨਾਲ ਜੇ ਅਸੀਂ ਇਹਦਾ ਸਹੀ ਉਚਾਰਨ ਜਿਵੇਂ ਕਰਦੇ ਹੈਗੇ ਨੇ ਅਸੀਂ ਉਵੇਂ ਲਿਖਣਾ ਹੈ, ਤੇ ਫਿਰ ਅਸੀਂ ਕੀ ਹੋਊਗਾ? ਸਾਡਾ ਜਿਹੜਾ ਹੈਗਾ ਵਾ ਉਹ ਇਹਦੀ ਬਜਾਏ ਅਸੀਂ ਕੀ ਕਰਾਂਗੇ? ਇਹਦੇ ਉੱਤੇ ਇੱਥੇ ਅੰਕਿਤ ਕਰਾਂਗੇ ਅਧਕ, ਬੂਟਾ। ਹੁਣ ਬੂਟਾ ਬਣੇਗਾ। ਤੋ ਇਹ ਜਿਹੜਾ ਹੈਗਾ ਵਾ ਅਸੀਂ ਇਸੇ ਨੂੰ ਹੀ ਸਾਡੀ ਉਚਾਰਨਤਾ ਦੀ ਜਿਹੜਾ ਆਦਤ ਐਵੇਂ ਬਣ ਗਈ ਹੈਗੀ ਆ ਸਾਡੇ ਜਿਹੜਾ ਹੈਗਾ ਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜਾ ਹੈਗਾ ਉਹ ਘਰ ਕਰ ਗਿਆ ਹੈਗਾ ਇਸ ਚੀਜ਼ ਨੂੰ। ਚੇਤਨ ਮਾਈਂਡ ਦੇ ਵਿੱਚ ਘਰ ਕਰ ਗਿਆ ਹੈਗਾ ਕਿ ਜੀ ਇਹ ਜਿਹੜਾ ਹੈਗਾ ਬੂਟਾ ਐਵੇਂ ਪਿਆ ਜਾਂਦਾ, ਅਸੀਂ ਉਵੇਂ ਹੀ ਉਚਾਰਦੇ, ਲਿਖਦੇ ਵੀ ਉਵੇਂ ਹੀ। ਦੂਜੇ ਨੰਬਰ ਦੇ ਉੱਤੇ ਜਿਹੜਾ ਹੈਗਾ ਉਹ ਜਿਵੇਂ ਅਸੀਂ ਗੱਲ ਕਰੀਏ ਕਿ ਜਿਵੇਂ ਹੁਣ ਅਸੀਂ ਪੜ੍ਹਦੇ ਹੈਗੇ ਆ ਕਿ ਹੁਣ ਦੇਖੋ ਇਹ ਕੀ ਆ? ਬੋਲੀ। ਬੋਲੀ ਜੇ ਤਾਂ ਅਧਕ ਇਹਦੇ ਪੈਰ 'ਚ ਪਾ ਦਿਓਗੇ ਔਂਕੜ ਤੇ ਬੋਲੀ ਬਣ ਜਾਊਗਾ, ਤੇ ਜੇ ਤੁਸੀਂ ਇਹਦਾ ਜਿਹੜਾ ਹੈਗਾ ਉਹ ਨਹੀਂ ਆਪਣੇ ਨੂੰ ਕਰੋਗੇ ਤੇ ਬੋਲੀ ਰਹਿ ਗਿਆ। ਬੋਲੀ, ਬੋਲੀ, ਬੋਲੀ। ਬੋਲੀ ਕਿਵੇਂ ਬਣੇਗਾ? ਕਿ ਲਿਖਦੇ ਸਮੇਂ ਅਸੀਂ ਇਸ ਚੀਜ਼ ਨੂੰ ਧਿਆਨ ਹਿੱਤ ਰੱਖਿਆ ਕਦੇ? ਲਿਖਣ ਵੇਲੇ ਅਸੀਂ ਇਹੀ ਲਿਖਦੇ ਹਾਂ ਕਿ ਉਸ ਦੀ ਬੋਲੀ ਫਲਾਨੀ ਹੈ ਜੀ। ਬੋਲਦੇ ਤਾਂ ਬੋਲੀ ਆ, ਤਾਂ ਬੋਲੀ ਕਿਵੇਂ ਬਣੂਗੀ? ਬੋਲ ਤੇ ਬੋਲੀ ਦੋਵਾਂ ਦੇ ਵਿਚਕਾਰ ਅੰਤਰ ਹੈ। ਬੋਲ ਦੇ ਉੱਤੇ ਅਧਕ ਨਹੀਂ ਲੱਗੇਗਾ, ਪਰ ਜਦੋਂ ਤੁਸੀਂ ਬੋਲੀ ਲਿਖੋਗੇ ਉਦੋਂ ਸਟ੍ਰੈਸ ਦੇਣਾ ਹੀ ਪਏਗਾ। ਬੋਲੀ ਫੇਰ ਬਣੇਗਾ ਜੇਕਰ ਇੱਥੇ ਤੁਸੀਂ ਅਧਕ ਲਾਓਗੇ, ਫੇਰ ਬੋਲੀ ਬਣੇਗਾ, ਅਦਰਵਾਈਜ਼ ਇਹ ਬੋਲੀ ਹੀ ਰਹੇਗਾ।
परंतु लिखण दे समय इस चीज़ का जिहड़ा ये ध्यान शब्द जोड़ दे विच ये बड़ा विवादग्रस्त जिहा मसला बनता जाता है। पंजाबी जिहड़ी वर्ड फार्मेशन हैगी, शब्द जोड़ ने जिहड़े उन्हां दी बनतर जिहड़ी हैगी आ, जिवें आम करके पहिलां जदों असीं छोटे हुंदिआं पढ़दे सीगे ते विच उदों इउं लिखिआ जांदा सीगा विच। हुण विच दा सही लिखत रूप आ है जो तुसीं उचारदे हो। जे उचारण के पक्ष तो देखिए तो लिखत रूप विच दा आ है। जो वावे के उत्ते अदक पै गया तो जोड़ा चच्चा हैगा इहदा जिहड़ा उचारण है ये दुੱਤ हो गया अगे। परंतु हुण दी मैं देखिआ हैगा अखबारां दे विच भी पढ़ीदा जां उंज भी देखीदा किताबां दे विच भी, तो उदों की लिखिआ जांदा इउं करके विच, की विच है विच विच। सो ये जिहड़ा हैगा अदक दा प्रपंच हैगा वा, अदक दा सिस्टम हैगा वा। तो इहनूं असीं मोटे जे शब्दां दे विच सधारण शब्दां दे विच असीं ये कहांगे कि जो अदक हैगा, अदक दा जो संबंध हैगा वा वो पंजाबी दे विच जिहड़ा है वो दबाव वास्ते, दबाव पाउण वास्ते, वर्णां दे उपर दबाव पा के जिहड़ा उन्हां दा दोहरा उचारण करन वास्ते जिहड़ा उहनूं वरतिया जांदा हैगा। सो जिहड़ा साडा नैक्सट हैगा वा वो है नासिकता। अनुनासिकता भी इहनूं बोलिया जाता है, नासिकता भी आख्या जाता है। नासिकता तो भाव है कि जो असीं उचारदे हैगे आ तो उचारण करन समय जिहड़ा अद्धा तां जिहड़ा जो उचारण है वह नक विच दी उचारण होवे और अद्धे दा मूँह विच दी उचारण होवे। ना फेफड़ियां तो आ रही पौण धारा अद्धी नक विच दी बाहर जावे और अद्धी मूँह विच दी साडे बाहर जावे। उस वेले जिहड़ा इहदा उचारण नासिकता दा जां अनुनासिक उचारण उस वेले संभव हुंदा हैगा। पंजाबी विच जे गल करिए, पंजाबी विच अनुनासिक नूं अंकित जिहड़ा हैगा नूं अंकित करन वास्ते बिंदी ते टिप्पी दी वरतों हुंदी है। बिंदी ते टिप्पी दी वरतों हुंदी हैगी है। तो एक चीज़ होर समझ लैनी चाहिए हैगी है इत्थे सानू कि असीं ये देखते हैं कि जी ये लगा मात्रावां ने। मैं पहली अपनी क्लास दे विच भी ये गल दसी सीगी कि लगा मात्रा, कि जी ये लगा मात्रावां ने। लगा ते मात्रा दो अलग अलग जिहड़े हैगे ने वो गुण धर्म ने, अलग अलग जिहड़े हैगे चिन्ह ने हैगे ने। हुण मात्रा ते की है, क्वांटिटी है वोवल दी। तुसीं वर्ड दी बनतर दे विच किन्नी क्वांटिटी दे विच वोवल यूज़ कर रहे हो, लघु कर रहे हो, शॉर्ट कर रहे हो जां दीर्घ कर रहे हो, ज़्यादा मात्रा दे विच कर रहे हो, दीर्घ है। पर जिहड़ी लगा हुंदी हैगी आ, लगा अखर जिहड़े हुंदे हैगे ने, लगा दा संबंध जिहड़ा हैगा मात्रा दे नाल ओह नहीं हुंदा। लगा हुंदियां हैगियां पंजाबी दे विच तीन प्रकार दियां। एक बारे असीं चर्चा कर चुके हैं अधक, और दूसरियां दो बिंदी और टिप्पी। ये लगा जां लगांखर ने पंजाबी दे, इन्हां नूं लगा जां लगांखर आख्या जांदा हैगा। तो इन्हां दी वरतों करके पंजाबी दे विच जिहड़ी हैगी ओह नासिकता अंकित कीती जांदी हैगी है। तो पंजाबी दे विच जदों बिंदी दी वरतों जदों असीं करदे हैगे आ तो स्वरां दे उपर, कई स्वरां दे उपर तुसीं टिप्पी दी वरतों नहीं कर सकदे। उदाहरण वजों जिवें ए हैगी आ, ओ हैगा वा, इन्हां दे उत्ते तुसीं जिहड़ा हैगा वा ਉਹ ਇਹਨਾਂ ਦੋਵਾਂ ਸਵਰਾਂ ਦੇ ਉੱਪਰ ਜਿਹੜੀ ਟਿੱਪੀ ਦੀ ਵਰਤੋਂ ਤੁਸੀਂ ਨਹੀਂ ਕਰ ਸਕਦੇ। तो ਇਹਨਾਂ ਦੇ ਵਿਚਕਾਰ ਜਦੋਂ ਤੁਸੀਂ ਨਾਸਿਕਤਾ ਨੂੰ ਅੰਕਿਤ ਕਰਨਾ ਹੈਗਾ ਉਦੋਂ ਬਿੰਦੀ ਲਾਈ ਜਾਂਦੀ ਹੈਗੀ ਹੈ। ਜਿਵੇਂ ਇਉਂ ਆਪਾਂ ਲਿਖਦੇ ਹੈਗੇ ਆ, ਇਉਂ ਇਉਂ। ਜਿਵੇਂ ਉਸ ਤੋਂ ਬਾਅਦ ਦੇ ਵਿੱਚ ਕੀ ਹੈਗਾ, ਕਿਉਂਕਿ। तो ਇਹ ਜਿਹੜੇ ਹੈਗੇ ਨੇ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਬਿੰਦੀ ਨੂੰ ਵਰਤਦੇ ਹੋ। और ਇਹਦਾ ਜਿਹੜਾ ਉਚਾਰਨ ਹੈਗਾ ਅੱਧਾ ਨੱਕ ਵਿੱਚ ਦੀ ਜਿਹੜਾ ਹੋਣਾ ਹੋ ਜਾਂਦਾ ਹੈਗਾ ਵਾ। ਨੈਕਸਟ ਕੀ ਹੈਗਾ ਵਾ ਕਿ ਇੱਕ ਹੋਰ ਚੀਜ਼ ਇੱਥੇ ਜਿਹੜੀ ਵੇਖਣਯੋਗ ਹੈ ਕਿ ਜਿਹੜੀ ਬਿੰਦੀ ਹੈਗੀ ਆ, ਬਿੰਦੀ ਬਹੁਤੀ ਵਾਰ ਬਿੰਦੀ ਕੀ ਕਰ ਦਿੰਦੀ ਹੈਗੀ ਆ ਕਿ ਜਦੋਂ ਕਿਸੇ ਸ਼ਬਦ ਦਾ ਜਦੋਂ ਉਚਾਰਨ ਕੀਤਾ ਜਾਂਦਾ ਨਾਸਿਕਤਾ ਤਾਂ ਉਹਨੂੰ ਬਣਾਉਂਦੀ ਹੈਗੀ ਆ।
ਉਹਦਾ ਜਿਹੜਾ ਹੈਗਾ ਉਹਦਾ ਉਚਾਰਨ ਵੀ ਉਹਦੇ ਵਿੱਚ ਉਹਦਾ ਵਚਨ ਦੇ ਪੱਧਰ ਤੇ ਵੀ ਉਹਦੇ ਵਿੱਚ ਜਿਹੜਾ ਹੈਗਾ ਉਹ ਵਿਕਾਰ ਆ ਜਾਂਦਾ ਹੈਗਾ। ਉਦਾਹਰਨ ਵਜੋਂ ਜਦੋਂ ਅਸੀਂ ਲਿਖਦੇ ਹੈਗੇ ਜਿਵੇਂ ਆਚਾਰੀਆ, ਆਚਾਰੀਆ, ਤਾਂ ਜਦੋਂ ਅਸੀਂ ਇਹਦਾ ਬਹੁਵਚਨ ਬਣਾਵਾਂਗੇ ਤਾਂ ਉਦੋਂ ਕੀ ਕਰ ਦਿਆਂਗੇ, ਆਚਾਰੀਆਂ। ਆ ਜਿਹੜਾ ਹੈਗਾ ਆਂਤਕ ਜਿਹੜੇ ਹੈਗੇ ਨੇ ਉਹ ਬਹੁਵਚਨ ਬਣਾ ਦਿੰਦੇ ਨੇ ਜਿਹਦੇ ਉੱਤੇ ਬਿੰਦੀ ਦੀ ਵਰਤੋਂ ਕੀਤੀ ਹੁੰਦੀ ਹੈ। ਤੋ ਬਿੰਦੀ ਦੀ ਵਰਤੋਂ ਜਿਹੜੀ ਹੈਗੀ ਉਹ ਟਿੱਪੀ ਦੇ ਥਾਂ ਦੇ ਉੱਪਰ ਬਹੁਤੇ, ਮੈਂ ਪਹਿਲਾਂ ਕਹਿ ਚੁੱਕਿਆ ਹੈਗਾ ਕਿ ਬਹੁਤੇ ਤੁਸੀਂ ਸਵਰਾਂ ਦੇ ਉੱਪਰ ਟਿੱਪੀ ਦੀ ਵਰਤੋਂ ਨਹੀਂ ਕਰ ਸਕਦੇ ਹੈਗੇ। ਤੋ ਸ਼ਬਦ ਜੋੜ ਕੋਸ਼ ਦੇ ਅਨੁਸਾਰ ਉਹ ਜਿਹੜਾ ਹੈਗਾ ਪ੍ਰਕਰਣ ਨਹੀਂ ਬਣੇਗਾ। ਸ਼ਬਦ ਜੋੜ ਕੋਸ਼ ਦੇ ਅਨੁਸਾਰ ਜਿਹੜਾ ਹੈਗਾ ਉਹ ਦੋਸ਼ਯੁਕਤ ਹੋ ਜਾਂਦਾ ਹੈਗਾ ਉਹਦੀ ਵਰਤੋਂ ਉਹਦੇ ਤੇ ਕੀਤੀ। ਸੋ ਇਸ ਕਰਕੇ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਪ੍ਰਥਮ ਤਾਂ ਜੋ ਹੈਗੀ ਆ ਉਹ ਨਾਸਿਕਤਾ ਦੇ ਵਾਸਤੇ ਤੇ ਹੈ ਹੀ ਹੈ, ਨਾਲ ਦੀ ਨਾਲ ਇਹ ਬਹੁਵਚਨੀ ਰੂਪ ਵੀ ਬਣਾ ਦਿੰਦੀ ਹੈਗੀ ਆ। ਤੋ ਇਹ ਬਿੰਦੀ ਦੀ ਵਰਤੋਂ ਆ। ਨੈਕਸਟ ਜਿਹੜੀ ਹੈਗੀ ਆ ਉਹ ਸਾਡੀ ਟਿੱਪੀ ਦੀ ਵਰਤੋਂ ਹੈਗੀ ਹੈ। ਜਿਹੜੀ ਟਿੱਪੀ ਦੀ ਵਰਤੋਂ ਹੈਗੀ ਆ ਜੀ, ਟਿੱਪੀ ਦੀ ਵਰਤੋਂ ਦੇ ਨਾਲ ਕੀ ਹੁੰਦਾ ਹੈਗਾ ਕਿ ਨਾਸਿਕਤਾ ਅੰਕਿਤ ਹੋ ਕੇ ਉਹਦੇ ਮਾਇਨੇ ਵੀ ਚੇਂਜ ਹੁੰਦੇ ਹੈਗੇ ਨੇ। ਜਿਵੇਂ ਆਪਾਂ ਗੱਲ ਕਰੀਏ ਕਿ ਜਿਵੇਂ ਅਬ ਹੈ, ਅਬ, ਅਬ ਤੋਂ ਤੁਸੀਂ ਜਿਹੜਾ ਹੈਗਾ ਅੰਬ ਲਿਖਣਾ ਹੈਗਾ ਤੇ ਇੱਕ ਇਹ ਫਲ ਦਾ ਰੂਪ ਧਾਰਨ ਕਰ ਜਾਏਗਾ। ਬਿੰਦੀ ਦੀ ਟਿੱਪੀ ਦੀ ਅਹਿਮੀਅਤ ਜਿਹੜੀ ਹੈਗੀ ਆ ਉਹ ਦੂਸਰੇ ਨੰਬਰ ਦੇ ਉੱਤੇ ਦੂਜੀ ਧੁਨੀ ਦੇ ਨਾਸਕੀ ਧੁਨੀ ਦੇ ਆਉਣ ਦੇ ਨਾਲ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ। ਜਿਵੇਂ ਉਦਾਹਰਨ ਵਜੋਂ ਅਸੀਂ ਗੱਲ ਕਰੀਏ ਜਿਵੇਂ ਕੰਨ ਤੋਂ ਕੰਨ, ਠੀਕ ਹੈ। ਤੋ ਇਹਦੇ ਵਿੱਚ ਕੀ ਪ੍ਰਪੰਚ ਹੈਗਾ ਵਾ, ਜਦੋਂ ਪਿਛਲੇ ਪਾਸੇ ਦੀ ਧੁਨੀ ਵੀ ਨਾਸਕੀ ਹੈ, ਮੂਹਰਲੇ ਪਾਸੇ ਦੀ ਧੁਨੀ ਕੋਈ ਵੀ ਹੋਵੇ, ਪਿਛਲੇ ਪਾਸੇ ਦੀ ਧੁਨੀ ਜਦੋਂ ਨਾਸਕੀ ਆ ਜਾਂਦੀ ਹੈਗੀ ਹੈ ਤੇ ਉਦੋਂ ਇਹਦੇ ਵਿਚਕਾਰ ਜਿਹੜਾ ਹੈਗਾ ਉਹ ਫਰਕ ਪੈ ਜਾਂਦਾ ਹੈਗਾ। ਔਰ ਤੁਸੀਂ ਉਹਨੂੰ ਦੋਨੇ ਪ੍ਰਕਾਰ ਹੀ ਉਚਾਰਨ ਕਰ ਸਕਦੇ ਹੋ, ਕੰਨ, ਕੰਨ, ਕਿਉਂਕਿ ਪਿੱਛੇ ਨੰਨਾ ਧੁਨੀ ਲੱਗੀ ਹੋਈ ਹੈ। ਤੋ ਇਹ ਜਿਹੜਾ ਬਿੰਦੀ ਤੇ ਟਿੱਪੀ ਹੈਗੇ ਨੇ ਸਾਡੇ ਉਹ ਲਗਾਂਖਰ ਨੇ। ਸੋ ਜਿਹੜੇ ਸਾਨੂੰ ਆਪਣਾ ਕਰਦੇ ਹੈਗੇ ਨੇ, ਅੰਕਿਤ ਕਰਦੇ ਹੈਗੇ ਨੇ ਸਾਡੀ ਨਾਸਿਕਤਾ ਨੂੰ। ਤੋ ਇਸ ਪ੍ਰਕਾਰ ਜਿਹੜਾ ਹੈਗਾ ਵਾ ਇਹ ਸਾਡਾ ਕੁੱਲ ਮਿਲਾ ਕੇ ਜਿਹੜਾ ਪ੍ਰਪੰਚ ਹੈਗਾ ਉਹ ਨਾਸਿਕਤਾ ਦੇ ਨਾਲ ਸੰਬੰਧ ਰੱਖਦਾ ਹੈਗਾ ਵਾ। ਤੋ ਦੂਜੇ ਨਾਲ ਇਸ ਦਾ ਜਿਹੜਾ ਤੀਸਰਾ ਹੈਗਾ ਵਾ ਜਾਂ ਆਪਣਾ ਚੌਥਾ ਹੈਗਾ ਜੋ ਅਖੰਡੀ ਧੁਨੀਗ੍ਰਾਮ, ਉਹਨੂੰ ਕਹਿੰਦੇ ਨੇ ਸੰਗਮ। ਸੰਗਮ, ਸੰਗਮ ਦਾ ਸੰਬੰਧ ਡਾਕਟਰ ਬਲਵੀਰ ਸਿੰਘ ਸੰਧੂ ਦੇ ਸ਼ਬਦਾਂ ਦੇ ਵਿੱਚ ਅਟੁੱਟ ਬੋਲਾਂ ਦੀ ਲੜੀ ਦੇ ਵਿੱਚ ਜਦੋਂ ਕਿਤੇ ਠਹਿਰਾਓ ਆਉਂਦਾ ਹੈਗਾ ਤਾਂ ਉਦੋਂ ਸੰਗਮ ਬਣ ਜਾਂਦਾ ਹੈਗਾ। ਜਦੋਂ ਠਹਿਰਾਓ ਆ ਜਾਂਦਾ ਔਰ ਦੂਸਰਾ ਵਰਣ ਉਹਦੇ ਨਾਲ ਜੁੜ ਜਾਂਦਾ ਹੈਗਾ ਆ ਕੇ। ਉਦਾਹਰਨ ਵਜੋਂ ਜਿਵੇਂ ਅਸੀਂ ਕਹਿੰਦੇ ਹੈਗੇ ਆ ਕਿ ਭਾ ਜੀ, ਤਾਂ ਜਦੋਂ ਇਹਨਾਂ ਦੇ ਵਿਚਕਾਰ ਸੰਗਮ ਹੋ ਗਿਆ ਭਾ ਜੀ, ਤਾਂ ਇਹ ਕੀ ਬਣ ਜਾਏਗਾ, ਭਾ ਜੀ, ਭਾਜੀ। ਭਾਜੀ ਵੈਸੇ ਐਉਂ ਵੀ ਲਿਖ ਸਕਦੇ ਹੋ ਤੁਸੀਂ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਭਾਜੀ, ਭਾਜੀ ਵੈਸੇ ਅਸਲੀਅਤ ਦੇ ਵਿੱਚ ਤੇ ਐਵੇਂ ਹੀ ਲਿਖਿਆ ਜਾਏਗਾ ਤੇ ਭਾਜੀ ਤੁਸੀਂ ਉਂਝ ਵੀ ਲਿਖ ਸਕਦੇ ਹੋ। ਤਾਂ ਭਾਜੀ ਤੋਂ ਭਾਜੀ, ਜਿਵੇਂ ਕਰਕੇ, ਕਰ ਕੇ, ਕਰਕੇ। ਤੋ ਜਿਹੜਾ ਇਹ ਸੰਬੰਧ ਹੈਗਾ ਵਾ, ਜਿਹੜਾ ਇਹ ਸਿਸਟਮ ਹੈਗਾ ਵਾ ਉਹ ਸੰਗਮ ਦਾ ਹੈਗਾ। ਤੋ ਸੰਗਮ ਹੈ ਇਹ। ਤੋ ਇਸ ਪ੍ਰਕਾਰ ਜਿਹੜਾ ਮੂਲ ਰੂਪ ਦੇ ਵਿੱਚ ਅਸੀਂ ਜੇ ਦੇਖੀਏ ਤਾਂ ਉਦਾਹਰਨ ਵਜੋਂ ਇੱਕ ਦੋ ਹੋਰ ਵੀ ਸ਼ਬਦ ਬਣ ਜਾਣਗੇ, ਜਿਵੇਂ ਕਿ ਛਿੱਲ ਕੇ, ਛਿੱਲ ਕੇ, ਤੋ ਛਿਲਕੇ, ਛਿਲਕੇ। ਤੋ ਇਹ ਕੀ ਹੈਗਾ ਵਾ, ਸੰਗਮ ਹੈਗਾ ਵਾ। ਤੋ ਇਸ ਪ੍ਰਕਾਰ ਸਾਡੇ ਇਸ ਵਿਖਿਆਨ ਦੇ ਵਿੱਚ ਜਿਹੜਾ ਹੈਗਾ ਵਾ ਉਹ ਅਸੀਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕੀਤਾ ਹੈਗਾ। ਪਹਿਲਾਂ ਤਾਂ ਅਸੀਂ ਖੰਡੀ ਤੇ ਖੰਡੀ ਨੂੰ ਵਿਚਾਰਿਆ ਹੈ ਔਰ ਉਸ ਤੋਂ ਬਾਅਦ ਖੰਡੀ ਨੂੰ ਵਿਚਾਰਿਆ, ਸਵਰ ਤੇ ਵਿਅੰਜਨ ਨੂੰ ਵਿਚਾਰਿਆ ਹੈਗਾ, ਉਹਦੇ ਸੰਬੰਧ ਦੇ ਵਿੱਚ ਅਧਿਐਨ ਕੀਤਾ ਹੈ। ਔਰ ਦੂਸਰਾ ਸਾਡਾ ਜਿਹੜਾ ਅੱਜ ਦਾ ਅਧਿਐਨ ਸੀਗਾ ਉਹ ਸਾਡੀਆਂ ਅਖੰਡੀ ਧੁਨੀਗ੍ਰਾਮਾਂ ਦੇ ਸੰਦਰਭ ਦੇ ਵਿੱਚ ਸੀਗਾ। ਤੋ ਇਸ ਪ੍ਰਕਾਰ ਕੁੱਲ ਮਿਲਾ ਕੇ ਅਸੀਂ ਆਪਣੀ ਚਰਚਾ ਨੂੰ ਇੱਥੇ ਵਿਰਾਮ ਲਾਉਂਦਿਆਂ ਹੋਇਆਂ ਇਹ ਕਹਿ ਸਕਦੇ ਹਾਂ ਕਿ ਭਾਸ਼ਾ ਦੀਆਂ ਜਿਹੜੀਆਂ
ਧੁਨੀਆਂ ਹੁੰਦੀਆਂ ਨੇ, ਭਾਸ਼ਾ ਦੇ ਉਚਾਰਨ ਵਾਲੇ ਜਿਹੜੇ ਅੱਖਰ ਹੁੰਦੇ ਨੇ, ਭਾਸ਼ਾ ਨੂੰ ਭਾਸ਼ਾ ਬਣਾਉਣ ਵਾਲੀ ਮੁੱਢਲੀ ਬੇਸ ਹੈਗਾ, ਜਿਹੜਾ ਇਕਾਈ ਹੈਗਾ ਉਹ ਧੁਨੀ ਹੈਗਾ। ਔਰ ਨਾਲ ਦੀ ਨਾਲ ਇੱਕ ਚੀਜ਼ ਬੜੀ ਅਹਿਮ ਇੱਥੇ ਯਾਦ ਰੱਖਣ ਯੋਗ ਇਹ ਵੀ ਹੈ ਕਿ ਤੁਸੀਂ ਧੁਨੀ ਨੂੰ ਧੁਨੀ ਬਣਾ ਕੇ ਹੀ ਬੋਲੋ, ਧੁਨੀ ਨੂੰ ਸ਼ਬਦ ਬਣਾਉਣ ਦਾ ਯਤਨ ਨਾ ਕਰੋ। ਅਕਸਰ ਪੰਜਾਬੀ ਪਾਠਕ, ਪੰਜਾਬੀ ਸਟੂਡੈਂਟ, ਪੰਜਾਬੀ ਵਿਦਿਆਰਥੀ ਜਾਂ ਕਈ ਖੁਜਾਰਥੀ ਵੀ ਦੇਖੇ ਗਏ ਨੇ ਕਿ ਉਹ ਜਦੋਂ ਧੁਨੀ ਨੂੰ ਸ਼ਬਦ ਬਣਾ ਲੈਂਦੇ ਨੇ ਉਸ ਸਮੇਂ ਉਸ ਦਾ ਜਿਹੜਾ ਉਚਾਰਨ ਉਹ ਗਲਤ ਕਰ ਬੈਠਦੇ ਨੇ। ਇਹ ਸਿਸਟਮ ਨਹੀਂ ਹੈਗਾ ਕਿ ਅਸੀਂ ਹਿੰਦੀ ਬੋਲ ਰਹੇ ਹਾਂ। ਅਕਸਰ ਕਈ ਬੰਦੇ ਕਹਿ ਦਿੰਦੇ ਕਿ ਜੀ ਤੁਸੀਂ ਹਿੰਦੀ ਬੋਲ ਰਹੇ ਹੋ, ਤੁਸੀਂ ਹਿੰਦੀ ਵਾਂਗੂ ਉਚਾਰ ਰਹੇ ਹੋ। ਹਿੰਦੀ ਵਾਂਗੂ ਉਚਾਰਨਾ ਤੇ ਹਿੰਦੀ ਬੋਲਣਾ ਦੋ ਅਲੱਗ-ਅਲੱਗ ਪਹਿਲੂ ਹੈਗੇ ਨੇ। तो ये गल याद रखनी चाहिए है कि तुसी अपनी सुविधा वास्ते कक्का कह लिया, खखा गग्गा घग्गा ngंगा तुसी आपदी सुविधा वास्ते कह लिया, पर असलीयत दे विच तुसी शब्द नहीं बोल रहे हैगे ने। उत्थे तुसी शब्द ना बना दिओ धुनी नूं, क्योंकि शब्द उदों वक्री इकाई है, उदों अगली इकाई है, अगला स्टैप हैगा वा। धुनी है जिहड़ी वो धुनी नूं धुनी ही रहण दिओ, जिवें क ख ग क ङ। जदों ngंगे नूं तुसी इयां तां बोलदे हो जदों तुसी इहनूं शब्द बना लैंदे हो। जे तुसी ngंगे नूं ङ बोलोगे तो तुहाडा उचारण जिहड़ा ओह सही होऊगा, ठीक होऊगा। तो कुल मिला के जिहड़ा हैगा वा ओह सिस्टम जिहड़ा हैगा वा धुनियां दा सिस्टम हैगा वा ओह धुनी तक ही उहनूं सीमित रहण देना चाहिए। तो कुल मिला के मैनूं आस है कि तुसी इत्थे भाषा दीयां धुनियां नूं समझ गए होवोगे। धन्नवाद।